ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Very good morning to all the students. Kindly raise your hand who wants to do Jap Seva. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Am I audible? ਹਾਂਜੀ ਹਾਂਜੀ ਬੇਟਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you so much, Avneet Kaur. So now I am going to share my screen. So we'll start from 3 forms of verbs. So 3 forms of verbs: present, past, and past participle. First is pay. Pay means ਕਿਸੇ ਨੂੰ ਦੇਣਾ, ਕੋਈ ਚੀਜ਼ ਪੈਸੇ ਦੇ ਰੂਪ ਵਿੱਚ ਪੇ ਕਰਨਾ ਹੈ ਨਾ, ਦੇਣਾ ਜਾਂ ਦੇਣਾ ਵੀ ਹੋ ਸਕਦਾ ਹੈ। ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦੀ, I can't pay your debt. Pay ਮਤਲਬ ਦੇਣਾ, ਪੇਮੈਂਟ ਕਰਨੀ ਕਿਸੇ ਚੀਜ਼ ਦੀ। Pay, paid, paid. Pay, paid and paid. Next, pack. Pack means ਹੁੰਦਾ ਹੈ ਕਿਸੇ ਚੀਜ਼ ਨੂੰ ਬੰਦ ਕਰਨਾ, ਪੈਕ ਕਰਨਾ ਹੈ ਨਾ। ਅਸੀਂ ਕਿਸੇ ਕੱਪੜੇ ਵਿੱਚ ਜਾਂ ਕਿਸੇ ਵੀ ਚੀਜ਼ ਵਿੱਚ, ਕਿਸੇ ਰੈਪਰ ਦੇ ਵਿੱਚ ਕਿਸੇ ਚੀਜ਼ ਨੂੰ ਪੈਕ ਕਰਦੇ ਹਾਂ। ਸੋ that is pack. Pack, packed, packed. ਠੀਕ ਹੈ, pack, packed, packed. ਤੇ ਜਿਹੜੇ dogs ਹੈ, dogs ਔਰ wolves ਹੁੰਦੇ ਹੈ ਨਾ, ਭੇੜੀਏ ਤੇ dogs, ਉਹਨਾਂ ਦੇ ਗਰੁੱਪ ਨੂੰ ਵੀ ਪੈਕ ਕਿਹਾ ਜਾਂਦਾ ਹੈ। ਪੈਕ ਆਫ ਡੌਗਸ, ਪੈਕ ਆਫ ਵੁਲਵਸ ਆਪਾਂ ਕੀਤਾ ਸੀ। ਸੋ ਪੈਕ ਮੀਨਸ ਗਰੁੱਪ ਆਫ ਡੌਗਸ, ਉਹਨਾਂ ਦੇ ਡੌਗਸ ਦੇ ਗਰੁੱਪ ਨੂੰ ਵੀ ਪੈਕ ਕਿਹਾ ਜਾਂਦਾ ਹੈ। ਠੀਕ ਹੈ, ਸੋ ਪੇ ਮੀਨਸ ਪੇ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆਈ। ਪੇ ਦਾ ਮਤਲਬ ਹੁੰਦਾ ਹੈ ਜਿਵੇਂ ਅਸੀਂ ਕਿਹਾ ਨਾ, ਜਿਸ ਤਰ੍ਹਾਂ ਇੱਕ ਤਾਂ ਹੁੰਦਾ ਹੈ ਪਲੀਜ਼ ਪੇ ਮਾਈ ਰਿਗਾਰਡਸ, ਪਲੀਜ਼ ਤੁਸੀਂ ਮੇਰੇ ਰਿਗਾਰਡਸ ਉਹਨਾਂ ਨੂੰ ਪੇ ਕਰ ਦੇਣਾ, ਦੇਣਾ। तो पे ਦਾ ਮਤਲਬ ਦੇਣਾ ਵੀ ਹੁੰਦਾ ਹੈ, ਮਨੀ ਫਾਰਮ ਵਿੱਚ ਵੀ ਹੁੰਦਾ ਹੈ ਔਰ ਦੂਸਰੀ ਫਾਰਮ ਚ ਹੁੰਦਾ ਹੈ। ਆਪਾਂ ਕਹਿੰਦੇ ਨਾ ਕਿ ਮੇਰੇ ਵੱਲੋਂ ਉਹਨਾਂ ਨੂੰ ਇਹ ਚੀਜ਼ ਕਹਿ ਦੇਣਾ, ਮੇਰੇ ਵੱਲੋਂ ਉਹਨਾਂ ਨੂੰ ਸ਼ੁਭ ਇੱਛਾਵਾਂ ਦੇ ਦੇਣਾ। ਸੋ ਪਲੀਜ਼ ਪੇ ਮਾਈ ਵਿਸ਼ੇਸ, ਪਲੀਜ਼ ਪੇ ਮਾਈ ਰਿਗਾਰਡ। ਸੋ ਪੇ ਦੇਣਾ ਇਨ ਮਨੀ ਫਾਰਮ ਵੀ, ਮਨੀ ਦੇਣਾ ਜਾਂ ਵੈਸੇ ਵੀ ਕੁਝ ਦੇਣਾ। ਜੇ ਅਸੀਂ ਕਿਹਾ ਨਾ ਪਲੀਜ਼ ਪੇ ਮਾਈ, ਜਿਵੇਂ ਤੁਹਾਨੂੰ ਕੋਈ ਮਿਲਿਆ ਤੇ ਤੁਸੀਂ ਪੁੱਛਿਆ ਤੁਹਾਡੇ ਸਿਸਟਰ ਦਾ ਜਾਂ ਤੁਹਾਡੇ ਬ੍ਰਦਰ ਦਾ ਕੀ ਹਾਲ ਹੈ, ਉਹਨਾਂ ਨੇ ਕਿਹਾ ਬਹੁਤ ਵਧੀਆ, ਤੇ ਆਪਾਂ ਕਹਿੰਦੇ ਪਲੀਜ਼ ਪੇ ਮਾਈ ਵਿਸ਼ੇਸ ਆਲਸੋ, ਵੀ ਮੇਰੇ ਵੱਲੋਂ ਵੀ ਉਹਨਾਂ ਨੂੰ ਸਾਡੀਆਂ ਸ਼ੁਭ ਇੱਛਾਵਾਂ ਦੇ ਦੇਣਾ। ਸੋ ਦੈਟ ਇਜ਼ ਆਲਸੋ ਪੇ। ਅੱਛਾ, ਇੱਕ ਹੋਰ ਪੇ ਦਾ ਯੂਜ਼ ਹੁੰਦਾ, ਜਿਵੇਂ ਅਸੀਂ ਤੁਹਾਨੂੰ ਕਿਹਾ ਬੱਚੇ ਪਲੀਜ਼ ਪੇ ਅਟੈਂਸ਼ਨ, ਧਿਆਨ ਦਵੋ, ਪਲੀਜ਼ ਪੇ ਅਟੈਂਸ਼ਨ, ਧਿਆਨ ਦਵੋ। ਠੀਕ ਹੈ, ਇੱਕ ਪੇ ਅਸੀਂ ਇਸ ਤਰ੍ਹਾਂ ਵੀ ਯੂਜ਼ ਕਰਦੇ ਹਾਂ, ਜਿਵੇਂ ਤੁਸੀਂ ਸੁਣਿਆ ਹੋਵੇਗਾ ਕ੍ਰਾਈਮ ਨੈਵਰ ਪੇਜ਼। ਕ੍ਰਾਈਮ ਜਿਹੜਾ ਹੁੰਦਾ ਕਦੇ ਵੀ ਕੁਝ ਨਹੀਂ ਦਿੰਦਾ, ਕਦੇ ਤੁਹਾਡੇ ਲਈ ਫਾਇਦੇਮੰਦ ਨਹੀਂ ਹੁੰਦਾ, ਹੈ ਨਾ। ਕ੍ਰਾਈਮ ਨੈਵਰ ਪੇਜ਼,
ਜਿਹੜਾ ਕ੍ਰਾਈਮ ਹੈ, ਗਲਤ ਕੰਮ ਹੈ, ਉਹ ਕਦੇ ਵੀ ਪੇ ਨਹੀਂ ਕਰੇਗਾ ਤੁਹਾਨੂੰ, ਤੁਹਾਡੇ ਲਈ ਪ੍ਰੋਫਿਟੇਬਲ ਨਹੀਂ ਹੋਏਗਾ, ਫਾਇਦੇਮੰਦ ਨਹੀਂ ਹੋਏਗਾ। ਸੋ ਇਹ ਸਾਰੇ ਪੇ ਦੇ ਮੀਨਿੰਗ ਹੈ। ਸੋ ਇਸੇ ਤਰ੍ਹਾਂ ਹੀ ਪੈਕ ਮੀਨਸ ਕਿਸੇ ਚੀਜ਼ ਨੂੰ ਪੈਕ ਕਰਨਾ, ਪੈਕ ਕਰ ਦੇਣਾ, ਠੀਕ ਹੈ। ਪੈਕ ਸਾਰਿਆਂ ਨੂੰ ਪਤਾ ਹੀ ਹੋਏਗਾ, ਜਿਵੇਂ ਅਸੀਂ ਗਿਫਟ ਪੈਕ ਕਰਦੇ ਹਾਂ ਜਾਂ ਅਸੀਂ ਕਿਸੇ ਚੀਜ਼ ਨੂੰ ਬੜੀ ਅੱਛੀ ਤਰ੍ਹਾਂ ਰੈਪ ਕਰ ਦਿੰਦੇ ਹਾਂ, ਅਸੀਂ ਕਹਿੰਦੇ ਉਹਨੂੰ ਅਸੀਂ ਪੈਕ ਕਰਤਾ। ਸੋ ਇਫ ਇਟ ਇਜ਼ ਅ ਵਰਬ then it means किसी चीज ਨੂੰ अच्छी तरह बंद कर देना, पैक कर देना। और अगर ये नाउन है तो ਇਹਦਾ मतलब ਹੁੰਦਾ ਹੈ पैक ऑफ, पैक मतलब ਜਿਵੇਂ ਮੈਨੂੰ ਇੱਕ पैक ਮਿਲਿਆ, ਉੱਥੇ ਵੀ ਅਸੀਂ ਇਹਨੂੰ पैक ਕਹਿ ਦਿੰਦੇ ਹਾਂ, ਠੀਕ ਹੈ ਨਾ। ਲਾਈਕ ਮੈਨੂੰ ਕਿਸੇ ਚੀਜ਼ ਦਾ ਗਿਫਟ पैक ਮਿਲਿਆ, ਉਹ ਨਾउन ਹੈ। ਤੇ ਇੱਕ पैक ਕੀ ਹੁੰਦਾ ਹੈ, ਜਿਵੇਂ पैक ऑफ डॉग्स हो गया, ठीक है। सो वो भी ਹੁੰਦਾ है। Next is preach, Preach, preach। preach ਦਾ ਮਤਲਬ ਹੁੰਦਾ ਹੈ ਕਿਸੇ ਨੂੰ ਉਪਦੇਸ਼ ਦੇਣਾ, ਉਪਦੇਸ਼ ਦੇਣਾ। don't preach me, ਮੈਨੂੰ ਨਾ ਸਿਖਾਓ, ਮੈਨੂੰ ਨਾ ਉਪਦੇਸ਼ ਦਿਓ। so preach, preached, preached, preach, preached, preached। next is push, push ਦਾ ਮਤਲਬ ਧੱਕਾ ਦੇਣਾ। so it is the opposite of pull, pull ਹੁੰਦਾ ਹੈ ਖਿੱਚਣਾ, push ਹੁੰਦਾ ਹੈ ਧੱਕਾ ਦੇਣਾ। so you must have visited some store or shop ਜਿਹਦੇ ਬਾਹਰ ਲਿਖਿਆ ਹੁੰਦਾ ਹੈ pull and push, ਉਹ ਧਿਆਨ ਰੱਖਿਆ ਕਰੋ। pull ਹੁੰਦਾ ਹੈ ਖਿੱਚਣਾ and the opposite is push, ਧੱਕਾ ਦੇਣਾ, ਠੀਕ ਹੈ। push, pushed, pushed, push, pushed, pushed। next is prefer, prefer। ਸੋ ਪ੍ਰੈਫਰ ਹੁੰਦਾ ਹੈ ਕਿਸੇ ਚੀਜ਼ ਨੂੰ ਤਰਜੀਹ ਦੇਣਾ, ਮਤਲਬ ਜਿਵੇਂ ਇੱਕ ਚੀਜ਼ ਦੇ ਉੱਤੇ ਦੂਸਰੀ ਚੀਜ਼ ਨੂੰ ਵਧੀਆ ਕਹਿਣਾ, ਵੀ ਮੈਂ ਇਹ ਨਹੀਂ, ਮੈਂ ਤਾਂ ਇਹ ਪ੍ਰੈਫਰ ਕਰਾਂਗੀ, ਤਰਜੀਹ ਦੇਣਾ ਇਹਨੂੰ ਕਹਿੰਦੇ ਆ, ਹੈ ਨਾ। ਕਿਸੇ ਚੀਜ਼ ਨੂੰ ਜ਼ਿਆਦਾ ਤਰਜੀਹ ਦੇਣਾ, ਸੋ ਦੈਟ ਇਜ਼ ਪ੍ਰੈਫਰ। ਜਿਵੇਂ ਅਸੀਂ ਕਿਹਾ ਆਈ ਪ੍ਰੈਫਰ ਕਾਫੀ ਓਵਰ ਟੀ, ਆਈ ਪ੍ਰੈਫਰ ਕਾਫੀ ਟੂ ਟੀ ਜਾਂ ਓਵਰ ਟੀ, ਮਤਲਬ ਮੈਂ ਟੀ ਨਾਲੋਂ ਕਾਫੀ ਨੂੰ ਜ਼ਿਆਦਾ ਪ੍ਰੈਫਰ ਕਰਦੀ ਹਾਂ। ਲਾਈਕ ਮੈਨੂੰ ਤੁਸੀਂ ਕਿਹਾ ਚਲੋ ਆਪਾਂ ਗੱਡੀ ਤੇ ਚੱਲੀਏ, ਤੇ ਮੈਂ ਕੀ ਕਿਹਾ, ਆਈ ਪ੍ਰੈਫਰ ਟੂ ਵਾਕ, ਮੈਂ ਵਾਕ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੀ ਹਾਂ। ਸੋ ਪ੍ਰੈਫਰ, ਪ੍ਰੈਫਰਡ, ਪ੍ਰੈਫਰਡ, ਪ੍ਰੈਫਰ, ਪ੍ਰੈਫਰਡ, ਪ੍ਰੈਫਰਡ। coming to the next word is PERMIT, permit, permit। permit ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦੀ ਆਗਿਆ ਦੇਣਾ, permission ਦੇਣਾ, permission word noun ਹੈ। so permit means ਕਿਸੇ ਚੀਜ਼, I do not permit you to go outside, ਮੈਂ ਤੁਹਾਨੂੰ ਬਾਹਰ ਜਾਣ ਲਈ ਪਰਮਿਸ਼ਨ ਨਹੀਂ ਦੇ ਸਕਦੀ। permit ਹੁੰਦਾ ਅਲਾਉ ਕਰਨਾ ਕਿਸੇ ਚੀਜ਼ ਨੂੰ, ਆਗਿਆ ਦੇ ਦੇਣੀ, ਹੈ ਨਾ। so permit, permitted, permitted, she permitted me to go outside, ਉਹਨੇ ਮੈਨੂੰ ਅਲਾਉ ਕਰਤਾ ਕਿ ਜਾਓ ਬਾਹਰ। so permit, permitted, permitted। next word is progress, progress ਹੁੰਦਾ ਹੈ ਤਰੱਕੀ ਕਰਨਾ, है ना। like his business is progressing, like she is progressing। progress ਹੁੰਦਾ ਹੈ ਉੱਪਰ ਵੱਲ ਜਾਣਾ, ਤਰੱਕੀ ਕਰਨਾ, ਸਫਲਤਾ ਪ੍ਰਾਪਤ ਕਰਨੀ। ਤੁਹਾਡੇ ਸਕੂਲ ਦੇ ਵਿੱਚ ਪ੍ਰੋਗਰੈਸ ਰਿਪੋਰਟ ਹੁੰਦੀ ਹੈ, ਕੀ ਪ੍ਰੋਗਰੈਸ ਚੱਲ ਰਹੀ ਹੈ। ਸੋ ਪ੍ਰੋਗਰੈਸ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਆ ਵੀ ਕਿੰਨਾ ਕੁ ਵਾਧਾ ਹੋਇਆ ਕਿਸੇ ਚੀਜ਼ ਦੇ ਵਿੱਚ, ਹੈ ਨਾ। ਸੋ ਪ੍ਰੋਗਰੈਸਡ ਐਂਡ ਪ੍ਰੋਗਰੈਸਡ। next word is PRESENT, present। ਇਹਨੂੰ present ਵੀ ਬੋਲ ਸਕਦੇ ਆ, present ਵੀ ਬੋਲ ਸਕਦੇ ਆ, but if I say present ਤਾਂ ਉਹਦਾ ਮਤਲਬ ਹੁੰਦਾ ਹੈ ਜਿਵੇਂ ਮੈਨੂੰ ਕੋਈ present ਮਿਲਿਆ, ਮੈਨੂੰ ਕੋਈ ਗਿਫਟ ਮਿਲਿਆ, I got a present, ਠੀਕ ਹੈ। ਇੱਕ ਤਾਂ ਹੁੰਦਾ ਹੈ ਉਹ present ਜਿਹੜਾ noun, ਇੱਕ ਹੁੰਦਾ ਹੈ present like she was present in the class, ਜਾਂ present days adjective, ਉਹ ਕਲਾਸ ਵਿੱਚ ਹਾਜ਼ਰ ਸੀ। present ਜੇ ਤੁਹਾਨੂੰ ਤੁਹਾਡੇ ਮੈਮ ਕਹਿੰਦੇ ਆ, ਤੁਹਾਡਾ ਨਾਮ ਬੋਲਦੇ ਤੁਸੀਂ ਕਹਿੰਦੇ ਹੋ present ਮੈਮ, so that is present। so present ਦਾ ਮਤਲਬ ਹੁੰਦਾ ਹੈ ਹਾਜ਼ਰ ਹੋਣਾ ਜਾਂ ਗਿਫਟ, but if it is a verb you will pronounce it as present, present। ਮੇਰੇ ਸਾਹਮਣੇ ਬੜੀ ਵਧੀਆ ਚੀਜ਼ present ਹੋਈ, ਪੇਸ਼ ਹੋਣਾ, presented, presented, पेश करना, present मतलब पेश करना। I am going to present a PowerPoint presentation, है ना। तो
मैं एक पीपीटी प्रेजेंट करन वाली हां, पेश करन वाली हां। सो प्रेजेंट मीन्स पेश करना एंड प्रेजेंट मीन्स जिवें असीं कहंदे प्रेजेंट टेंस, वर्तमान, प्रेजेंट मीन्स वर्तमान, या प्रेजेंट मीन्स आई एम प्रेजेंट हाजिर, या present means gift, like I got a beautiful present from my brother. So present, please keep in mind. Next is pull. As I told you earlier, pull is the opposite of push. Pull, pulled, pull. Khichna. Okay, khichna. Pull the door. Door nu khicho. Pull. Next is play. Very simple. All of you must know this. Play, played, played. Khedna. She was playing with the ball. Come, let's play. Play, played, played. The last is peel. P-E-E-L, peel. Peel ਹੁੰਦਾ है किसी चीज ਦਾ छिलका उतारना. Please peel these carrots. किसी चीज ਦਾ छिलका उतारना. Please peel this banana. ठीक है, छिलका उतारना. Peel. Peel, peeled, peeled. So I'm going to repeat. Pay, ਕਿਸੇ ਨੂੰ ਦੇਣਾ, ਚਾਹੇ ਉਹ ਮਨੀ ਹੋਵੇ ਜਾਂ ਜਿਵੇਂ ਅਸੀਂ ਕਹਿੰਦੇ ਆ pay attention, please pay attention, please pay my regards, ਕਿਸੇ ਨੂੰ ਦੇਣਾ, ਉਹ ਮਨੀ ਫਾਰਮ ਵੀ ਹੋ ਸਕਦੀ ਹੈ ਔਰ ਦੂਸਰੀ ਤਰ੍ਹਾਂ ਵੀ ਹੋ ਸਕਦਾ ਹੈ. ਪੈਕ ਮੀਨਸ ਕਿਸੇ ਚੀਜ਼ ਨੂੰ ਪੈਕ ਕਰਨਾ, ਲਪੇਟਣਾ, ਜਿਵੇਂ ਅਸੀਂ ਕਹਿੰਦੇ ਨਾ ਵੀ ਉਸ ਚੀਜ਼ ਨੂੰ ਉਹਦੇ ਇਹਦੇ ਵਿੱਚ ਕਾਗਜ਼ ਵਿੱਚ ਪੈਕ ਕਰ ਦੋ. ਠੀਕ ਹੈ, ਪੈਕ, ਪੈਕਡ, ਪੈਕ. ਪ੍ਰੀਚ ਮੀਨਸ ਉਪਦੇਸ਼ ਦੇਣਾ. ਪ੍ਰੀਚ, ਪ੍ਰੀਚਡ, preached. Push means ਧੱਕਾ ਦੇਣਾ. Push, pushed, pushed. Prefer ਹੁੰਦਾ ਹੈ ਕਿਸੇ ਚੀਜ਼ ਨੂੰ ਜ਼ਿਆਦਾ ਤਰਜੀਹ ਦੇਣਾ, ਵੀ ਮੈਨੂੰ ਇਸ ਤੋਂ ਇਹ ਚੀਜ਼ better ਲੱਗਦੀ ਹੈ. Prefer, preferred, preferred. Then permit ਹੁੰਦਾ ਹੈ ਕਿਸੇ ਚੀਜ਼ ਦੀ permission ਦੇਣਾ, allow ਕਰਨਾ ਕਿਸੇ ਚੀਜ਼ ਨੂੰ. Next is progress means ਅੱਗੇ ਵਧਣਾ, सफलता प्राप्त करनी. वैसे आगे बढ़ना is the accurate word, आगे बढ़ना. Present means पेश करना. Pull means खींचना, pull, pulled, pulled. Play means खेलना, play, played, played. And peel means छिलका उतारना. Peel, peeled, peeled. ਤੇ ਤੁਹਾਡੇ ਘਰ 'ਚ ਜਿਹੜਾ ਛਿਲਕਾ ਉਤਾਰਨ ਵਾਲਾ ਟੂਲ ਹੁੰਦਾ ਉਹਨੂੰ ਤੁਸੀਂ ਕੀ ਕਹਿੰਦੇ ਹੋ? Peeler. Peeler. Most of them say pillar. ਉਹ pillar ਨਹੀਂ ਹੁੰਦਾ. That is peeler, a tool which is used to peel off things. किसी चीज ਨੂੰ peel off करना होए, ਉਹਦਾ ਛਿਲਕਾ ਉਤਾਰਨਾ ਹੋਏ ਤਾਂ ਅਸੀਂ ਉਹਦੇ ਲਈ peeler use ਕਰਦੇ ਹਾਂ. And the word is peel. Peel, peeled, peeled. So these were forms of verbs. Do you have any questions? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕੀ ਫਤਿਹ. ਮੈਮ ਪ੍ਰੈਜ਼ੈਂਟ ਜੋ ਵੀ ਪ੍ਰੈਜ਼ੈਂਟ ਤੇ ਪ੍ਰੈਜ਼ੈਂਟ ਹੈਗਾ ਹੈ, ਜੋ ਤੁਸੀਂ ਕਿਹਾ ਪ੍ਰੈਜ਼ੈਂਟ ਕਰਨਾ ਹਨਾ, ਇਹ ਇਹਨਾਂ ਦਾ ਇੱਕ ਵਾਰੀ ਫਿਰ ਤੋਂ ਕਲੀਅਰ ਕਰ ਦਿਓ. ਇੱਕ ਤੇ ਐਡਜੈਕਟਿਵ ਦੇ ਤੌਰ ਤੇ. ਹਾਂ ਬੱਚੇ ਦੇਖੋ ਨਾ, what is the present day situation? ਅੱਜ ਦੇ ਦਿਨ ਦੀ ਕੀ ਸਿਚੁਏਸ਼ਨ ਹੈ? ਆਪਾਂ ਕਹਿੰਦੇ ਨਾ ਪ੍ਰੈਜ਼ੈਂਟ ਡੇ. ਕਿਹੜਾ ਡੇ? ਡੇ ਨਾਉਨ ਹੈ. ਕਿਹੜਾ ਡੇ? ਪ੍ਰੈਜ਼ੈਂਟ ਡੇ. ਤਾਂ ਅਸੀਂ ਉਹਨੂੰ ਕੀ ਕਵਾਂਗੇ? ਐਡਜੈਕਟਿਵ. ਠੀਕ ਹੈ, ਸਮਝ ਆਈ? ਐਂਡ ਇੱਕ ਪ੍ਰੈਜ਼ੈਂਟ ਹੋ ਗਿਆ, ਜਿਵੇਂ ਅਸੀਂ ਕਿਹਾ ਪ੍ਰੈਜ਼ੈਂਟ ਟੈਂਸ, ਇਹ ਵੀ ਐਡਜੈਕਟਿਵ ਹੈ. ਇੱਕ ਪ੍ਰੈਜ਼ੈਂਟ ਹੈ, ਜਿਵੇਂ ਮੈਨੂੰ ਪ੍ਰੈਜ਼ੈਂਟ ਮਿਲਿਆ. ਠੀਕ ਹੈ, ਮੈਨੂੰ ਪ੍ਰੈਜ਼ੈਂਟ ਮਿਲਿਆ ਕਿਤੋਂ, that is gift. ਉਹ ਨਾਉਨ ਹੈ. ਐਂਡ ਪ੍ਰੈਜ਼ੈਂਟ ਮੀਨਸ ਪੇਸ਼ ਕਰਨਾ. ਸੋ ਪ੍ਰੈਜ਼ੈਂਟ ਦੋ ਤਰੀਕੇ ਨਾਲ ਹੋ ਸਕਦਾ ਹੈ. ਲਾਈਕ I was present in the class. ਮੈਂ ਕਲਾਸ ਵਿੱਚ ਪ੍ਰੈਜ਼ੈਂਟ ਸੀ, ਹਾਜ਼ਰ ਸੀ. ਠੀਕ ਹੈ, ਜਾਂ what is the present day situation? ਅੱਜ ਦੇ ਦਿਨ ਦਾ ਕੀ ਹਾਲਾਤ ਨੇ. ਠੀਕ ਹੈ, ਜਾਂ present my uncle gave me a beautiful present, ਤਾਂ ਵੀ ਉਹ ਕੀ ਹੈ? ਐਡਜੈਕਟਿਵ ਹੈ. ਉਹ ਸੌਰੀ ਨਾਉਨ ਹੈ. ਔਰ ਅਗਰ ਅਸੀਂ ਕਿਹਾ present, that is a verb, ਕਿਸੇ ਚੀਜ਼ ਨੂੰ ਪੇਸ਼ ਕਰਨਾ. ਠੀਕ, ਗਗਨਵੀਰ ਜੀ, ਜੈਮਨਦੀਪ ਸਿੰਘ ਨੂੰ ਵੀ co-host ਕਰ ਦਿਓ ਪਲੀਜ਼. ਹਾਂ, ਪਹਿਲ ਦੇਣਾ, ਜਿਹੜਾ ਸੀਗਾ ਨਾ ਆਪਣਾ ਪ੍ਰੈਫਰ, ਪਹਿਲ ਦੇਣਾ. ਠੀਕ ਹੈ ਜੀ, ਤਰਜੀਹ ਦੇਣਾ. ਹਾਂਜੀ, ਪ੍ਰੀਚ ਦਾ ਮੀਨਿੰਗ ਹੁੰਦਾ ਬੇਟੇ, ਪ੍ਰੀਚ ਮੀਨਸ ਕਿਸੇ ਨੂੰ ਉਪਦੇਸ਼ ਦੇਣਾ. ਉਪਦੇਸ਼ ਦੇਣਾ, ਜਿਵੇਂ ਹੁੰਦੇ ਆ ਨਾ ਰਿਲੀਜੀਅਸ ਪ੍ਰੀਚਰ ਹੁੰਦੇ ਆ, ਜਿਹੜੇ ਆਪਾਂ ਕਹਿੰਦੇ ਜਿਨ੍ਹਾਂ ਨੂੰ ਪ੍ਰਚਾਰਕ ਨੇ, ਉਪਦੇਸ਼ ਦਿੰਦੇ ਆ, ਹੈ ਨਾ, ਤਾਂ ਉਹ ਹੁੰਦੇ ਆ ਪ੍ਰੀਚਰ. PREACH, ਪ੍ਰੀਚ.
हाँ जी होर दसो। हाँ जी प्रेफर हुंदा है किसी चीज नू पहल देना, जिवें मैं क्या आई प्रेफर टी टू कॉफी, आई प्रेफर टी, मैं टी नू पहल दिंदी हां कॉफी लई, कॉफी दे अगर कंपेयर करा तो मैं कॉफी नालों टी नू ज्यादा पहल दिंदी हां, आई प्रेफर टी टू कॉफी। प्रेफर पहल देना, ਆਪਾਂ ਕਹਿੰਦੇ ਆ ਤੁਸੀਂ ਕਿਹਨੂੰ ਪ੍ਰੈਫਰੈਂਸ ਦੋਗੇ ਇਹਦੇ ਵਿੱਚ, ਪਹਿਲ, ਠੀਕ ਹੈ। ਹਾਂਜੀ ਹੋਰ ਜੀ, ਓਕੇ ਓਕੇ ਵੀਲ ਮੂਵ ਟੂ ਨੈਕਸਟ ਸਲਾਈਡ। ਪੀਲ, ਬੱਚੇ ਪੀਲ ਦਾ ਮਤਲਬ ਹੁੰਦਾ ਛਿਲਕਾ ਉਤਾਰਨਾ, ਜਿਵੇਂ ਅਸੀਂ ਕਹਿੰਦੇ ਆ ਕੈਰਟਸ ਨੂੰ ਪੀਲ ਕਰ ਦੋ, ਪੀਲ ਛਿਲਕਾ ਉਤਾਰਨਾ, ਠੀਕ। ਹਾਂਜੀ 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 ਲਖਵੀਰ ਕੌਰ। गुड मॉर्निंग मैम। ਹਾਂਜੀ ਗੁੱਡ ਮਾਰਨਿੰਗ मैम जो पे है ਉਹਦਾ ਮੀਨਸ ਜਿੱਦਾਂ ਆਪਾਂ ਕਿਸੇ ਨੂੰ ਮਨੀ ਵੀ ਪੇ ਕਰਨਾ ਹੈ ਜਾਂ ਅਟੈਂਸ਼ਨ ਜਾਂ ਵਿਸ਼ੇਸ ਪੇ ਕਰਨੀ ਹੈ ਮੈਮ। ਹਾਂਜੀ ਹਾਂਜੀ ਪੇ ਦਾ ਮਤਲਬ ਜਿਵੇਂ ਮੈਂ ਕਿਹਾ ਕਿ ਸਟੂਡੈਂਟਸ ਪਲੀਜ਼ ਪੇ ਅਟੈਂਸ਼ਨ, ਧਿਆਨ ਦਵੋ, ਦਵੋ ਪਲੀਜ਼ ਪੇ ਅਟੈਂਸ਼ਨ, ਹੈ ਨਾ। ਜਿਵੇਂ ਮੈਂ ਕਿਸੇ ਨੇ ਕਹਿਣਾ ਹੋਵੇ, ਜਿਵੇਂ ਮੈਂ ਮੰਨ ਲਓ ਤੁਹਾਡੀ ਫਰੈਂਡ ਮੈਨੂੰ ਮਿਲੀ ਤੇ ਮੈਂ ਕਿਹਾ ਪਲੀਜ਼ ਪੇ ਮਾਈ ਵਿਸ਼ੇਸ ਟੂ ਲਖਵੀਰ, ਮੇਰੇ ਵੱਲੋਂ ਉਹਨਾਂ ਨੂੰ ਬੈਸਟ ਵਿਸ਼ੇਸ ਪੇ ਕਰ ਦੇਣਾ। ਓਕੇ ਓਕੇ ਮੈਮ। ਠੀਕ ਹੈ, ਉਹ ਵੀ ਪੇ ਹੁੰਦਾ ਹੈ। ਇੱਕ ਪੇ ਹੁੰਦਾ ਹੈ ਜਿਵੇਂ ਯੈਸ ਆਈ ਹੈਵ ਪੇਡ ਫॉर ਦਿਸ ਥਿੰਗ, ਮੈਂ ਇਹਦੇ ਲਈ ਪੇ ਕਰ ਚੁੱਕੀ ਹਾਂ, ਪੇਮੈਂਟ ਦੇ ਚੁੱਕੀ ਹਾਂ, ਇੱਕ ਪੇਮੈਂਟ ਵੀ ਹੁੰਦਾ ਹੈ। ਓਕੇ ਮੈਮ ਓਕੇ ਹਾਂਜੀ ਓਕੇ ਮੈਮ ਥੈਂਕ ਯੂ। ਓਕੇ ਜੀ ਅਵਨੀਤ ਕੌਰ ਪੁੱਛ ਰਹੇ ਪਰਮਿਟ, ਬੱਚੇ ਪਰਮਿਟ ਹੁੰਦਾ ਹੈ ਕਿਸੇ ਚੀਜ਼ ਦੀ, ਹਾਂ ਅਲਾਉ ਕਰਨਾ ਕਿਸੇ ਚੀਜ਼ ਲਈ, ਪਰਮਿਸ਼ਨ ਦੇ ਦੇਣਾ ਕਿਸੇ ਚੀਜ਼ ਦੀ, ਠੀਕ ਹੈ। ਸੋ ਪਰਮਿਟ, ਸੋ ਪਰਮਿਟ ਇੱਕ ਨਾਉਨ ਵੀ ਹੁੰਦਾ, ਜਿਵੇਂ ਅਸੀਂ ਕਹਿੰਦੇ ਇਸ ਬੱਸ ਨੂੰ ਪਰਮਿਟ ਮਿਲਿਆ ਹੋਇਆ ਹੈ ਨਾ, ਮਨਜ਼ੂਰੀ, ਇਸ ਬੱਸ ਨੂੰ ਮਨਜ਼ੂਰੀ ਮਿਲੀ ਹੋਈ ਹੈ, ਇਸ ਰੂਟ ਦਾ ਪਰਮਿਟ ਮਿਲਿਆ ਹੋਇਆ ਹੈ ਨਾ। ਸੋ ਪਰਮਿਟ ਮਨਜ਼ੂਰੀ ਵੀ ਹੁੰਦਾ ਹੈ, ਬਟ ਇਫ ਇਟ ਇਜ਼ ਅ ਵਰਬ then it means ਕਿਸੇ ਨੂੰ ਮਨਜ਼ੂਰੀ ਦੇਣਾ, ਠੀਕ। okay ji, so I'm moving to next slide, figures of speech। ਅਸੀਂ simile, metaphor and apostrophe, personification ਉਹ ਸਾਰਾ ਕੀਤਾ ਸੀਗਾ। I think ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਗਾ, it's quite interesting topic। ਆਪਾਂ ਜਿਹੜਾ ਹੁਣ ਅਸੀਂ ਕਰਾਂਗੇ figure of speech for today, that is hyperbole। hyperbole ਇਹਨੂੰ hyperbole ਵੀ ਕਹਿ ਦਿੰਦੇ ਆ, it's actually hyperbole। ਸੋ ਇਹ ਤੁਸੀਂ ਕਿੱਦਾਂ ਯਾਦ ਰੱਖ ਸਕਦੇ ਹੋ। ਹਾਈਪਰ ਹੁੰਦਾ ਹੈ ਜਦੋਂ ਅਸੀਂ ਕਹਿੰਦੇ ਨਾ ਇਹ ਬੱਚਾ ਹਾਈਪਰ ਐਕਟਿਵ ਹੈ, ਬਹੁਤ ਜ਼ਿਆਦਾ ਹਾਈਪਰ ਹੀ ਹੋ ਗਿਆ ਹੈ ਨਾ, ਤਾਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ। ਬਲੀ ਨੂੰ ਤੁਸੀਂ ਬੋਲ ਕਰਕੇ ਵੀ ਕਹਿ ਸਕਦੇ ਹੋ, ਬੋਲ, ਜੇ ਤੁਸੀਂ ਯਾਦ ਰੱਖਣਾ ਹੈ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ, ਮਤਲਬ ਟੈਕਨੀਕਸ, ਮੈਮਰੀ ਟੈਕਨੀਕਸ ਹੁੰਦੀਆਂ ਕਿਸੇ ਵੀ ਚੀਜ਼ ਨੂੰ ਯਾਦ ਰੱਖਣ ਲਈ, ਵੀ ਜਦੋਂ ਕੋਈ ਬੋਲ ਰਿਹਾ ਹੈ ਬਹੁਤ ਹਾਈਪਰ ਕਰਕੇ, ਬਹੁਤ ਵਧਾ ਚੜਾ ਕੇ ਕਿਸੇ ਚੀਜ਼ ਨੂੰ, ਤਾਂ that is which figure of speech? hyperbole। ਠੀਕ ਹੈ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਬੜਾ ਵਧਾ ਚੜਾ ਕੇ ਦੱਸਦੇ ਹੋ, ਠੀਕ ਹੈ, ਜਿਵੇਂ ਕਿ in hyperbole a statement is made emphatic। emphatic ਹੁੰਦਾ ਜ਼ੋਰ ਦਿੰਦੇ ਹੋ ਕਿਸੇ ਚੀਜ਼ ਤੇ, emphasis ਦਿੰਦੇ ਹੋ, ਜ਼ੋਰ ਦਿੰਦੇ ਹੋ, ਉਹਨੂੰ emphatic ਬਣਾਉਂਦੇ ਹੋ, ਜ਼ੋਰਦਾਰ ਬਣਾ ਦਿੰਦੇ ਹੋ, ਕਿੱਦਾਂ? by over statement, over ਹੀ ਤੁਸੀਂ statement ਦੇ ਜਾਂਦੇ ਹੋ, मतलब बहुत ज्यादा ਵਧਾ ਕੇ ਕਰਦੇ ਹੋ ਗੱਲ ਨੂੰ, ਬਹੁਤ ਫੋਰਸ ਕਰਕੇ। for example, why man if the river were dry I am able to fill it with tears। so it's a quote from a book or a poem, I don't know, मैं एक literature ਦੀ book ਚੋਂ ਲਿਆ ਹੈ। so why man एक ਕਿਸੇ ਨੇ ਜਿਵੇਂ ਕਿਹਾ ਹੋਇਆ, I think it's a poem, if the river were dry। ਹੁਣ ਤੁਸੀਂ ਇੱਥੇ ਸੋਚੋਗੇ ਕਿ river ਦੇ ਨਾਲ were ਕਿਉਂ ਲੱਗਿਆ ਹੋਇਆ ਹੈ। ਇਹ ਟੌਪਿਕ ਵੀ ਅਸੀਂ ਕਰਾਂਗੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਇਮੇਜਿਨ ਕਰਦੇ ਆ ਨਾ, ਜੇ ਰਿਵਰ ਡਰਾਈ ਹੁੰਦੀਆਂ ਤਾਂ, ਜੇ ਰਿਵਰ ਡਰਾਈ ਹੁੰਦੀ, ਸੋ ਦੋ ਇਟ ਇਜ਼ ਅ ਸਿੰਗੂਲਰ, ਰਿਵਰ ਸਿੰਗੂਲਰ ਹੈ ਤੇ ਅਸੀਂ ਵਾਸ ਨਹੀਂ ਲਗਾਇਆ। ਜਦੋਂ ਅਸੀਂ ਕਿਸੇ ਚੀਜ਼ ਨੂੰ ਇਮੇਜਿਨ ਕਰ ਰਹੇ ਹੁੰਦੇ ਨਾ, ਉੱਥੇ ਅਸੀਂ ਵਰ ਲਗਾ ਦਿੰਦੇ, ਜਿਵੇਂ ਆਈ ਵਿਸ਼ ਆਈ ਵਰ ਅ ਮਿਲੀਅਨੇਅਰ, ਮੇਰਾ ਮਨ ਕਰਦਾ ਹੈ ਮੈਂ ਕਰੋੜਪਤੀ ਬਣ ਜਾਵਾਂ, ਆਈ ਵਰ ਲਗਾਉਂਦੇ ਆ ਫਿਰ ਉੱਥੇ। ਜਦੋਂ ਤੁਸੀਂ ਇੱਕ ਇਮੇਜਿਨ ਕਰਦੇ ਹੋ ਨਾ, ਜੇ ਰਿਵਰ ਡਰਾਈ ਹੁੰਦੀ, ਵਾਈ ਮੈਨ ਇਫ ਦ ਰਿਵਰ ਵਰ ਡਰਾਈ ਆਈ ਐਮ ਏਬਲ ਟੂ ਫਿਲ ਇਟ ਵਿਦ ਟੀਅਰਸ, ਮੇਰੇ ਇੰਨੇ ਹੰਝੂ ਨੇ ਕਿ ਉਹ ਰਿਵਰ ਭਰ ਜਾਂਦੀ। ਆਪਾਂ ਕਹਿੰਦੇ ਆ ਨਾ ਕਿ ਉਹਨੇ ਹੰਝੂਆਂ ਨਾਲ ਨਦੀ ਭਰ ਦਿੱਤੀ। ਸੋ ਕੀ ਕੀਤਾ ਹੈ ਤੁਸੀਂ, ਦਿਸ ਇਜ਼ ਹਾਈਪਰਬੋਲੇ।
मतलब तुसी की किता अपने स्टेटमेंट ते इन्ना एम्फेसिस दिता कि ओवर स्टेटमेंट दिती कि वो एक मतलब तुहाडी जेड़ी गल है ओदा ज्यादा इफेक्ट पवे असी इसीलिए करदे हैं ना। I'll give you some more examples. Here is the smell of blood still. All the perfumes of Arabia will not sweeten this little hand. ਵੀ ਮੇਰੇ ਹੱਥਾਂ ਤੇ ਇਹ ਵੀ ਕਿਸੇ ਸਟੋਰੀ ਦੇ ਵਿੱਚੋਂ ਲਿਆ ਗਿਆ ਹੈ, ਮੇਰੇ ਹੱਥਾਂ ਤੇ ਹਜੇ ਵੀ ਖੂਨ ਦੀ ਸਮੈਲ ਹੈ, ਪੂਰੇ ਅਰੇਬੀਆ ਦਾ ਜਿਹੜਾ ਪਰਫਿਊਮ ਹੈ ਉਹ ਵੀ ਮੇਰੇ ਹੱਥਾਂ ਨੂੰ ਮਿੱਠਾ ਜਾਂ ਮਤਲਬ ਖੁਸ਼ਬੂਦਾਰ ਹੈ, ਤੇ ਪੂਰੇ ਅਰੇਬੀਆ ਦਾ ਪਰਫਿਊਮ ਵੀ ਹੈ ਨਾ ਜਿਹੜਾ ਉਹ ਮੇਰੇ ਹੱਥਾਂ ਨੂੰ ਖੁਸ਼ਬੂਦਾਰ ਨਹੀਂ ਕਰ ਸਕਦਾ। ਅਸੀਂ ਕਿੰਨਾ ਜ਼ਿਆਦਾ ਜ਼ੋਰ ਦਿੱਤਾ ਹੈ ਕਿ ਪੂਰੀ ਕੰਟਰੀ ਦਾ ਹੀ ਜੇਕਰ ਅਸੀਂ ਪਰਫਿਊਮ ਮੇਰੇ ਹੱਥਾਂ ਨੂੰ ਲਗਾ ਦਾ ਨਾ ਮੈਂ, ਇਹ ਤਾਂ ਵੀ ਸਾਫ਼ ਨਹੀਂ ਹੋ ਸਕਦੇ ਮੇਰੇ ਹੱਥਾਂ ਤੇ। नेक्स्ट है, I have told you to clean your room a million times. मैं तनु वो मिलियन की हुंदा 10 lakhs 10 लाख, मैं तनु 10 लाख बार किया है कि अपना रूम साफ करना है। So is this possible that we say something, we tell something 10 lakh times? ਅਸੀਂ ਕਦੇ ਬੋਲਦੇ ਹਾਂ ਇਸ ਤਰ੍ਹਾਂ ਨਹੀਂ। ਜਿਵੇਂ ਮੈਂ ਹੁਣੇ ਤੁਹਾਨੂੰ ਐਗਜ਼ਾਮਪਲ ਦੇ ਰਹੀ ਸੀ, ਹੋ ਸਕਦਾ ਤੁਸੀਂ ਥੋੜੀ ਸੁਣੀ ਹੋਵੇ ਕਿ ਮੈਂ ਤੈਨੂੰ ਹਜ਼ਾਰਾਂ ਵਾਰ ਕਿਹਾ ਹੈ ਆਪਣਾ ਰੂਮ ਸਾਫ਼ ਕਰਨਾ। ਸੋ ਅਸੀਂ ਕਦੇ ਵੀ 1000 ਵਾਰ ਨਹੀਂ ਬੋਲਦੇ, ਬਟ ਅਸੀਂ ਇਹ ਚੀਜ਼ ਕਿਉਂ ਕਹਿੰਦੇ ਆ ਕਿ ਆਪਣੀ ਗੱਲ ਨੂੰ ਟੂ ਮੇਕ ਮਾਈ ਸਟੇਟਮੈਂਟ ਮੋਰ emphatic, ਉਹਨੂੰ ਹੋਰ ਅਸਰਦਾਰ ਬਣਾਉਣ ਲਈ ਅਸੀਂ ਕਹਿੰਦੇ ਆ ਵੀ ਮੈਂ ਉਹਨੂੰ 50 ਵਾਰ ਕਿਹਾ ਇਹ ਕੰਮ ਕਰ ਲੈ, ਉਹ ਨਹੀਂ, ਹਾਲਾਂਕਿ ਅਸੀਂ ਕਿਹਾ 2 ਜਾਂ 3 ਵਾਰ ਹੀ ਹੁੰਦਾ ਹੈ, ਠੀਕ ਹੈ ਨਾ। ਪਤਾ ਨਹੀਂ ਮੈਂ ਤੈਨੂੰ ਕਿੰਨੇ ਹਜ਼ਾਰਾਂ ਸਾਲਾਂ ਤੋਂ ਕਹਿ ਰਹੀ ਹਾਂ ਕਿ ਇਹ ਕੰਮ ਕਰ ਲੈ, ਬਟ ਤੂੰ ਨਹੀਂ ਕਰ। ਸੋ ਅਸੀਂ ਕੀ ਯੂਜ਼ ਕਰ ਰਹੇ ਹਾਂ? ਹਾਈਪਰਬੋਲੇ। ਆਪਣੀ ਲੈਂਗੁਏਜ ਦੇ ਵਿੱਚ ਕੀ ਯੂਜ਼ ਕਰ ਰਹੇ ਹਾਂ? ਹਾਈਪਰਬੋਲੇ, ਠੀਕ ਹੈ। ਨੈਕਸਟ, I have a million things to do today. ਅੱਜ ਮੈਨੂੰ ਹਜ਼ਾਰਾਂ ਹੀ ਕੰਮ ਹੈ, ਆਪਾਂ ਕਹਿੰਦੇ ਆ ਨਾ। ਸੋ ਮਿਲੀਅਨ ਮੀਨਸ ਤਾਂ 10 ਲੱਖ ਹੁੰਦਾ, ਜਿਵੇਂ ਅੱਜ ਮੈਨੂੰ ਲੱਖਾਂ ਹੀ ਕੰਮ ਨੇ, ਵੀ ਇੰਨੇ ਕੰਮ ਨੇ। ਹੁਣ ਕੰਮ ਕਿੰਨੇ ਹੋਣਗੇ ਤੁਹਾਡੇ ਕੋਲ ਪੂਰੇ ਦਿਨ ਦੇ ਵਿੱਚ? if you start counting them, so it will be like 4 or 5 works, most important works which you have to do, ਨਹੀਂ ਹੁੰਦੇ ਹੈ ਨਾ। But actually ਅਸੀਂ ਕੀ we are trying to show that I am too busy today. मैं आज बहुत ज्यादा बिजी हाँ, मेरे को आज करन नूं हज़ारां ही काम है। I have million things to do. Million means 10 लाख। Million means 10 लाख। Okay? So hyperbole की हुंदा है a statement which is made in hyperbole, a statement is made emphatic by overstatement. ਤੁਸੀਂ overstatement ਦੇ ਦਿੰਦੇ ਹੋ, over ਹੀ ਕਰ ਦਿੰਦੇ ਹੋ, ਹੈ ਨਾ। overstatement ਦੇ ਦਿੰਦੇ ਹੋ। So which part of speech is this? It is hyperbole. Next is oxymoron. Very important, very interesting. Oxymoron. Oxymoron. ਇਹ ਤੁਸੀਂ ਯਾਦ ਰੱਖਣਾ ਹੈ, ਕਿਵੇਂ ਯਾਦ ਕਰ ਸਕਦੇ ਹੋ? ਉਹ ਤੋਂ ਯਾਦ ਰੱਖ ਲਓ। ਉਹਦਾ ਮਤਲਬ ਹੁੰਦਾ ਹੈ opposite। ਉਹ ਤੋਂ ਤੁਸੀਂ ਕੀ, ਉਹ ਮਤਲਬ ਨਹੀਂ ਹੁੰਦਾ opposite, मतलब ਉਹ ਤੋਂ ਤੁਸੀਂ ਯਾਦ ਰੱਖ ਸਕਦੇ ਹੋ। ਮੈਂ ਤੁਹਾਨੂੰ ਦੱਸਿਆ ਨਾ ਮੈਮਰੀ ਟੈਕਨੀਕਸ ਹੁੰਦੇ, ਕਈ ਵਾਰ ਸਾਨੂੰ ਬਹੁਤ ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਉਹਨਾਂ ਨੂੰ ਯਾਦ ਰੱਖਣ ਦਾ ਤਰੀਕਾ ਕੀ ਹੁੰਦਾ? ਆਪਣੇ ਮਾਈਂਡ ਦੇ ਵਿੱਚ ਕੁਝ ਏਦਾਂ ਦੀ ਪਿਕਚਰ ਬਣਾ ਲਓ, ਕੋਈ ਏਦਾਂ ਦੀ ਕੋਈ ਘਟਨਾ ਜੋੜ ਲਓ, ਹੈ ਨਾ, ਕੋਈ ਏਦਾਂ ਦਾ ਇਨਸੀਡੈਂਟ ਜੋੜ ਲਓ, ਤਾਂ ਤੁਹਾਨੂੰ ਪੂਰੀ ਲਾਈਫ ਉਹ ਚੀਜ਼ ਯਾਦ ਰਹਿੰਦੀ ਹੈ ਨਾ। ਜਿਵੇਂ ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀ ਗਲਿਬਲ, GULLIBLE, ਗਲਿਬਲ। ਗਲਿਬਲ ਤੁਸੀਂ ਯਾਦ ਰੱਖ ਸਕਦੇ ਹੋ ਗੱਲਾਂ ਨਾਲ, ਜਿਹੜਾ ਗੱਲਾਂ ਚ ਆ ਜਾਵੇ, ਗੱਲ, GULL, ਗੱਲ। ਸੋ ਗਲਿਬਲ ਜਿਹੜਾ ਗੱਲਾਂ ਵਿੱਚ ਆ ਜਾਏ, ਠੀਕ ਹੈ ਨਾ, ਲਾਈ ਲੱਗ ਜਿਹਨੂੰ ਅਸੀਂ ਕਹਿੰਦੇ ਆ, ਹੈ ਨਾ। तो वो हमेशा ਤੁਹਾਨੂੰ याद रहेगा। So this is a memory technique. You can remember it by O, like O means opposite. ਹੁਣ ਇਹਦੇ ਵਿੱਚ ਕੀ ਹੁੰਦਾ? ਅਸੀਂ ਦੋ opposite ਚੀਜ਼ਾਂ ਨੂੰ ਇੱਕੋ ਨਾਲ use ਕਰਦੇ ਹਾਂ। ਕਿਵੇਂ? So in oxymoron, two words or phrases, ਦੋ words ਨੂੰ ਜਾਂ phrases ਨੂੰ ਜਿਹੜੇ ਕਿ opposite meaning ਹੁੰਦੇ ਜਿਨ੍ਹਾਂ ਦੇ, ਉਹਨਾਂ ਨੂੰ ਅਸੀਂ ਇਕੱਠੇ use ਕਰਦੇ ਹਾਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ example ਦਿੰਦੀ ਹਾਂ। ਮੈਂ ਕਿਹਾ I'm going to do this. मैं एक काम करन जा रही हाँ। Going to दा मतलब करन वाली हाँ। हुन मैं क्या? She is going to come. Going, come. वो आन जा रही है, मतलब दो चीज़ें हो गई ना, go and come। थोड़ा सेंटेंस बन जाता है, लेकिन दो opposite words जिन्हें है ना, तुसी कदे सोचना she is going to come, वो आन वाली है। So going दा मतलब कोई काम करन वाला होना। She is going, तो सोचोगे कि going के coming opposite हो गए ना, she is going to come।
ओके, तो की होएगा ये हुंदे ऑक्सीमोरॉन। सो वील टेक सम मोर एग्जांपल टू मेक इट क्लियर। मॉडर्न डांसिंग इज सो ओल्ड फैशन्ड। दो चीजें हो गई, मॉडर्न डांसिंग फ्रेज है, फ्रेज मतलब फ्रेज की हुंदा ग्रुप ऑफ वर्ड्स। अज दी डांसिंग सो ओल्ड फैशन। जिहड़ी चीज मॉडर्न है ओल्ड किवें हो सकती है? ठीक है ना, मॉडर्न डांसिंग इज सो ओल्ड फैशन। अगर ओल्ड फैशन है तो फिर मॉडर्न किवें हो सकती है? ਆਪਾਂ ओल्ड फैशन ਇੱਥੇ ਕਿੱਦਾਂ यूज ਕੀਤਾ ਵੀ ਅੱਜ ਦੀ ਡਾਂਸਿੰਗ ਹੈ ਨਾ ਬੜੀ ਪੁਰਾਣੀ ਟਾਈਪ ਦੀ ਹੈ, ਫਿਰ ਉਹ ਅੱਜ ਦੀ ਕਿਵੇਂ ਹੋ ਗਈ, ਬਟ ਸਟਿਲ ਵੀ ਯੂਜ਼ ਇਟ। ਆਪਾਂ ਗੱਲ ਕਰਦੇ ਆ ਨਾ मॉडर्न डांसिंग इज सो ओल्ड फैशन। ओल्ड फैशन ਅਸੀਂ ਕਹਿੰਦੇ ਤਾਂ ਬੜੇ ਪੁਰਾਣੇ ਟਾਈਮ ਦੀ ਹੈ। ओके, नेक्स्ट, a business that makes nothing but money is a poor business। ਉਹ ਬਿਜ਼ਨਸ ਜਿਹੜਾ ਸਿਰਫ ਪੈਸੇ ਬਣਾਉਂਦਾ ਹੈ ਉਹ ਬਿਜ਼ਨਸ ਥੋੜੀ ਹੈ। फिर बिजनेस हुण देखो एक पासे ਅਸੀਂ कह रहे हैं बिजनेस, बिजनेस ਦਾ मतलब ही प्रॉफिट मेकिंग ਹੁੰਦਾ है, पैसा बनाना ਹੁੰਦਾ है। पर ਅਸੀਂ ਕੀ कह रहे हैं, ਉਹ बिजनेस ਜਿਹੜਾ सिर्फ पैसा ही बना रहे हैं ना, वो बिजनेस थोड़ी, वो तो पुअर बिजनेस है। ਅਸੀਂ ਦੋ कॉन्ट्राडिक्टरी स्टेटमेंट्स ਲੈ ਲਈਆਂ ना। ਇੱਕ ਪਾਸੇ ਅਸੀਂ ਕਹਿੰਦੇ ਆ ਬਿਜ਼ਨਸ ਦਾ ਮਤਲਬ ਹੀ ਉਹ ਚੀਜ਼ ਜਿਹਦੇ ਵਿੱਚ ਪੈਸਾ, ਤੁਸੀਂ ਇਕਨੋਮਿਕਸ ਪੜੋਗੇ ਬਿਜ਼ਨਸ ਕੀ ਹੁੰਦਾ ਹੈ, ਜਿਹਦਾ ਮੋਟਿਵ ਹੋਵੇ ਪ੍ਰੋਫਿਟ ਮੇਕਿੰਗ, ਮਨੀ ਮੇਕਿੰਗ। ਦੇਖੋ ਮੈਂ ਕਿਸੇ ਤੋਂ बुक ਲਈ ਉਹ ਬਿਜ਼ਨਸ ਨਹੀਂ ਹੈ, ਲੇਕਿਨ ਕਿਸੇ ਨੂੰ ਮੈਂ बुक ਦਿੱਤੀ ਬਿਜ਼ਨਸ ਨਹੀਂ ਹੈ। ਬਟ ਅਗਰ ਮੈਂ बुक्स ਦੇਣ ਦਾ ਹੀ ਕੰਮ ਕਰਦੀ ਹਾਂ, ਮੈਂ ਉਹਨੂੰ बुक ਦਿੱਤੀ ਪੈਸੇ ਲੈ, बुक ਦਿੱਤੀ ਪੈਸੇ ਲੈ, ਸੋ ਮੈਂ ਬਿਜ਼ਨਸ ਕਰ ਰਹੀ ਹਾਂ। ਸੋ ਬਿਜ਼ਨਸ ਮੀਨਸ ਮਨੀ ਮੇਕਿੰਗ, ਉਹਨੂੰ ਹੀ ਬਿਜ਼ਨਸ ਕਵਾਂਗੇ ਨਾ। ਬਟ ਅਸੀਂ ਇੱਥੇ ਕੀ ਕਹਿ ਰਹੇ ਹਾਂ, ਉਹ ਬਿਜ਼ਨਸ ਜਿਹੜਾ ਸਿਰਫ that makes nothing but ਜੋ ਸਿਰਫ ਪੈਸੇ ਬਣਾਉਂਦਾ ਹੈ, ਉਹ ਪੂਅਰ ਬਿਜ਼ਨਸ ਹੈ। ਠੀਕ ਹੈ, ਨੈਕਸਟ, we are busy doing nothing। ਅਸੀਂ ਬਿਜ਼ੀ ਵੀ ਹਾਂ ਬਟ ਕਰ ਵੀ ਕੁਝ ਨਹੀਂ ਰਹੇ। we are busy doing nothing, ਅਸੀਂ ਕੁਝ ਨਾ, ਅਸੀਂ ਉਹ ਕਹਿੰਦੇ ਅਸੀਂ ਵੇਲੇ ਬਿਜ਼ੀ ਹਾਂ। ਠੀਕ ਹੈ, ਇੱਕ ਪਾਸੇ ਅਸੀਂ ਕਹਿੰਦੇ ਹਾਂ we are busy doing nothing, ਅਸੀਂ ਕੁਝ ਨਹੀਂ ਕਰਦੇ ਕਰਦੇ ਹੋਏ ਬਿਜ਼ੀ ਹਾਂ। ਵੀ ਕੀ ਕਰ ਰਹੇ ਹੋ, ਅਸੀਂ ਵੇਲੇ ਹੀ ਬਿਜ਼ੀ ਹਾਂ। ਸੋ ਵੇਲੇ ਬਿਜ਼ੀ ਕੀ ਹੋ ਗਏ, ਦੋ ਕੰਟਰਾਡਿਕਟਰੀ ਸਟੇਟਮੈਂਟ ਹੋ ਗਏ, ਆਪੋਜ਼ਿਟ ਹੋ ਗਏ, ਆਪੋਜ਼ਿਟ। ਸੋ ਅਸੀਂ ਆਪਣੀ ਭਾਸ਼ਾ ਵਿੱਚ ਕੀ ਯੂਜ਼ ਕਰ ਰਹੇ ਹਾਂ, ਆਕਸੀਮੋਰੋਨ। I hate people but I love gatherings। ਮੈਨੂੰ ਲੋਕੀ ਨਹੀਂ ਪਸੰਦ, ਮੈਨੂੰ ਕੱਟ ਬਹੁਤ ਪਸੰਦ ਹੈ। ਠੀਕ ਹੈ, ਆਪੋਜ਼ਿਟ ਹੋ ਗਿਆ। तो गैदरिंग ਦਾ ਕੀ ਮਤਲਬ ਹੁੰਦਾ ਹੈ, ਲੋਕ। ਸੋ ਲਾਈਕ ਇੱਥੇ ਮੈਂ ਕਹਿ ਰਹੀ ਹਾਂ I hate people, and on the other hand I am saying I love gatherings। so I am using two words or two phrases with opposite meanings। so this is oxymoron। if you fall and break your legs, don't come running to me। so it will make you more clear। ਇਹ ਤੁਹਾਨੂੰ ਦੱਸੇ, ਜਿਵੇਂ ਅਸੀਂ ਕਹਿੰਦੇ ਆ ਜੇ ਤੇਰੀਆਂ ਲੱਤਾਂ ਟੁੱਟੀਆਂ ਤਾਂ ਮੇਰੇ ਕੋਲ ਭੱਜਿਆ ਨਾ ਆਈ। ਜੇ ਉਹਦੀ ਲੱਤਾਂ ਹੀ ਟੁੱਟ ਗਈਆਂ ਤਾਂ ਫਿਰ ਉਹ ਭੱਜਿਆ ਮੇਰੇ ਕੋਲ ਕਿਵੇਂ ਆਏਗਾ? ठीक है ना, totally opposite। if you fall and break your legs, don't come running to me। so if somebody breaks his legs, how can he come running to someone? ठीक है ना, बट ਅਸੀਂ ਕਹਿੰਦੇ ਆ ਨਾ ਜੇ ਤੇਰੀ ਲੱਤ ਟੁੱਟੀ ਨਾ ਤਾਂ ਮੇਰੇ ਕੋਲ ਨਾ ਆਈ। ਜੇ ਉਹਦੀ ਲੱਤ ਟੁੱਟ ਜਾਏਗੀ ਤਾਂ ਕਿੱਦਾਂ ਆ ਜਾਏਗਾ ਉਹ? ਬਟ ਅਸੀਂ ਯੂਜ਼ ਕਰ ਰਹੇ ਹਾਂ। ਠੀਕ ਹੈ, thank god I am an atheist। ਹੁਣ atheist ਅਸੀਂ ਕੀਤਾ ਸੀਗਾ ਨਾਸਤਿਕ, ਜਿਹੜਾ ਰੱਬ ਤੇ ਵਿਸ਼ਵਾਸ ਨਹੀਂ ਕਰਦਾ। ਅਸੀਂ ਕੀ ਕਿਹਾ, ਥੈਂਕ ਗॉड, ਸ਼ੁਕਰ ਹੈ ਤੇਰਾ ਰੱਬਾ ਮੈਂ ਨਾਸਤਿਕ ਹਾਂ। ਇੰਟਰਸਟਿੰਗ, ਸ਼ੁਕਰ ਹੈ ਰੱਬਾ, ਮੈਂ ਰੱਬ ਨੂੰ ਕਹਿ ਰਹੀ ਹਾਂ ਕਿ ਆਈ ਐਮ ਐਨ एथियस्ट, ਮੈਂ ਨਾਸਤਿਕ ਹਾਂ। ਸ਼ੁਕਰ ਹੈ ਰੱਬਾ, ਇਟ ਮੀਨਸ ਮੈਂ ਇੱਕ ਪਾਸੇ ਰੱਬ ਨਾਲ ਗੱਲ ਵੀ ਕਰ ਰਹੀ ਹਾਂ, ਇੱਕ ਪਾਸੇ ਮੈਂ ਕਹਿ ਰਹੀ ਹਾਂ ਮੈਂ एथियस्ट ਹਾਂ। ਸੋ ਥੀਸ ਆਰ ਆਕਸੀਮੋਰੋਨ। ਸੋ ਬੱਚਿਓ ਮੈਨੂੰ ਨਾ ਚੈਟ ਬਾਕਸ 'ਚ ਦੱਸੋ ਇਹ ਤੁਹਾਨੂੰ ਫਿਗਰ ਆਫ ਸਪੀਚ ਜਿਹੜੇ ਹੈ ਇੰਟਰਸਟਿੰਗ ਲੱਗ ਰਹੇ हैं कि नहीं। so are you finding them interesting? okay 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 very much okay good 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 ठीक है बच्चे, very good, so interesting, very nice। so ਕੀ ਸੀਗਾ ਇਹ ਸੀਗੇ ਮੇਨ ਜੋ ਅਸੀਂ ਕੀਤੇ ਨਾ, simile, metaphor, personification, apostrophe, oxymoron and hyperbole। हाँ जी महकप्रीत कौर, you have any questions?
मैम सानू एक्चुअली फिगर ऑफ स्पीच सही तरह समझ नहीं आ रही। I think you have not attended all the classes of figures of speech. मैम क्योंकि 2 days ना वर्चुअल क्लास ਸੀਗੀ ਜਿਹਦੇ ਕਰਕੇ 9 ਤੋਂ ਵਾਲੇ ਹੋ ਗਏ ਸੀਗੀ ਐਂਡ ਲੇਟ ਹੋ ਗਏ ਸੀਗੇ ਕੱਲ ਵੈਸੇ ਹੀ ਕਲਾਸ ਨਹੀਂ ਸੀਗੀ। ਉਹੀ ਗੱਲ ਹੈ ਨਾ ਫਿਰ ਤਾਂ ਕਰਕੇ ਨਹੀਂ। ਚਲੋ ਆਪਾਂ ਇੱਕ ਵਾਰ ਫਿਰ ਅੱਜ ਨਹੀਂ some other day I will try to repeat all of this. Okay ma'am. Thank you ma'am. Okay. So next, ਅੱਜ ਵੈਸੇ ਵੀ ਸਟੂਡੈਂਟਸ ਬਹੁਤ ਘੱਟ ਨੇ, only 38 students are with us. ਅੱਜ ਇੰਨੇ ਘੱਟ ਕਿਉਂ ਹੈ? ਅੱਜ ਐਗਜ਼ਾਮ ਤਾਂ ਨਹੀਂ ਹੈ ਬੱਚਿਆਂ ਦਾ ਕੋਈ? ਹਾਂਜੀ ਖੁਸ਼ਪ੍ਰੀਤ ਕੌਰ। ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ ਮੈਮ ਜਿਹੜਾ ਆਕਸੀਮੋਰੋਨ ਹੈ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕਿਹੜਾ ਅਲੰਕਾਰ ਆਖਦੇ ਹਾਂ? ਬੱਚੇ ਮੈਨੂੰ ਇਹਦੇ ਬਾਰੇ ਨਹੀਂ ਪਤਾ। ਇਹ ਅਲੰਕਾਰ ਇਹ ਪੰਜਾਬੀ ਦੇ ਵਿੱਚ ਤਾਂ ਹੈ ਹੀ ਨਹੀਂ ਨਾ। ਅਲੰਕਾਰ ਤਾਂ ਜਿਹੜੇ ਹੁੰਦੇ ਆ ਨਾ ਉਹ that is ਮੈਂ ਤੁਹਾਨੂੰ ਦੱਸਿਆ ਸੀ ਇਹ ਆਲਮੋਸਟ ਅਲੰਕਾਰ ਵਰਗੇ ਹੈ, ਆਲਮੋਸਟ ਮਤਲਬ ਬਟ ਉਹਨੂੰ ਕੀ ਕਹਿੰਦੇ ਆ ਮੈਨੂੰ ਨਹੀਂ ਪਤਾ। ਮੈਮ ਇਹ ਪੋਇਟਰੀ ਦੇ ਵਿੱਚ ਕਿੱਥੇ ਯੂਜ਼ ਹੁੰਦਾ ਹੈ? ਬੱਚੇ ਪੋਇਟਰੀ ਵਿੱਚ ਕਿਉਂ? ਹੁਣ ਮੈਂ ਤੁਹਾਨੂੰ ਕਹਾਂ ਕਿ I have told you 1000 times ਕਿ ਤੂੰ ਮੇਰੀ ਗੱਲ ਸੁਣਦੀ ਨਹੀਂ। ਇਹ ਪੋਇਟਰੀ ਥੋੜੀ ਹੈ, ਇਹ ਤੁਹਾਡੀ ਲੈਂਗੁਏਜ ਵਿੱਚ ਯੂਜ਼ ਹੋ ਰਿਹਾ ਬੱਚੇ। ਦੇਖੋ ਹੁਣ ਮੈਂ ਬੋਲਾਂ, ਮੈਂ ਕਹਾਂ ਹਾਏ ਰੱਬਾ ਸ਼ੁਕਰ ਹੈ ਮੈਂ ਤੈਨੂੰ ਨਹੀਂ ਮੰਨਦੀ, ਕੀ ਕਹਿ ਰਹੀ ਹਾਂ ਮੈਂ? ਰੱਬਾ ਸ਼ੁਕਰ ਹੈ ਤੇਰਾ ਮੈਂ ਤੈਨੂੰ ਨਹੀਂ ਮੰਨਦੀ, ਮਤਲਬ ਮੈਂ ਦੋ ਕੰਟਰਾਡਿਕਟਰੀ ਸਟੇਟਮੈਂਟਸ ਦੇ ਰਹੀ ਹਾਂ ਨਾ। ਯੈਸ ਮੈਮ। ਇਹ ਮੈਂ ਕੋਈ ਪੋਇਟਰੀ ਨਹੀਂ ਕਰੀ। ਇਹ ਪੋਇਟਰੀ ਚ ਵੀ ਹੋ ਸਕਦਾ ਹੈ ਤੁਹਾਡੀ ਤੁਸੀਂ ਆਪਣੀ ਭਾਸ਼ਾ ਨੂੰ ਹੋਰ ਇਫੈਕਟਿਵ ਬਣਾ ਰਹੇ ਹੋ। ਓਕੇ ਮੈਮ। ਜ਼ਰੂਰੀ ਨਹੀਂ ਪੋਇਟਰੀ ਮੈਂ ਵੀ ਯੂਜ਼ ਕਰ ਸਕਦੀ ਹਾਂ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੁਣੇ ਮੈਂ ਦੇਖੋ ਸੈਂਟੈਂਸ ਕੀ ਯੂਜ਼ ਕੀਤਾ ਕਿ ਅਗਰ ਤੇਰੀਆਂ ਲੱਤਾਂ ਟੁੱਟੀਆਂ ਮੇਰੇ ਕੋਲ ਭੱਜੀ ਨਾ ਆਈ। ਯੈਸ ਮੈਮ। ਇਹ ਆਪਾਂ ਯੂਜ਼ ਕਰਦੇ ਆ ਨਾ, ਅਸੀਂ ਘਰ ਚ ਵੀ ਯੂਜ਼ ਕਰਦੇ ਆ। ਜਾਂ ਆਪਾਂ ਇਹ ਕਹਿੰਦੇ ਆ ਮੈਂ ਤੈਨੂੰ ਹਜ਼ਾਰਾਂ ਵਾਰ ਇਹ ਗੱਲ ਕਹੀ ਹੈ। ਉਹ 1000 ਵਾਰ ਬੋਲਣ ਦਾ ਕੀ ਮਤਲਬ ਹੁੰਦਾ? ਸਾਡੀ ਗੱਲ ਦਾ ਪ੍ਰਭਾਵ ਜ਼ਿਆਦਾ ਪਵੇ। ਯੈਸ ਠੀਕ ਹੈ। ਹਾਂ ਮੈਮ ਮਤਲਬ ਆਪਾਂ ਆਊਟ ਆਫ ਪੋਇਟਰੀ ਵੀ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਹਾਂ ਬੱਚੇ ਦੇਖੋ ਮੈਂ ਕਰ ਰਹੀ ਹਾਂ ਨਾ, ਮੈਂ ਕਰ ਰਹੀ ਹਾਂ। ਹੁਣ ਮੈਨੂੰ ਮੇਰੀ ਫਰੈਂਡ ਨੇ ਕਿਹਾ what are you doing? ਤਾਂ ਮੈਂ ਕਿਹਾ I am busy doing nothing. ਯੈਸ ਮੈਮ। ਮੈਂ ਕਹਿ ਸਕਦੀ ਹਾਂ ਨਾ। ਤਾਂ ਉਹ ਕੀ ਹੁੰਦਾ ਗੱਲ ਥੋੜੀ ਵਧੀਆ ਲੱਗਦੀ ਹੈ, ਜਿਵੇਂ ਥੋੜੀ ਮੇਰੀ ਗੱਲ ਦਾ ਅਸਰ ਜ਼ਿਆਦਾ ਪੈਂਦਾ। ਹੋ ਸਕਦਾ ਤੁਸੀਂ ਹੱਸੋ, ਜਿਵੇਂ ਮੈਂ ਕਿਹਾ ਥੈਂਕ ਗॉड I am an atheist, ਹੈ ਨਾ। ਯੈਸ ਮੈਮ। ਇਹ ਤੁਸੀਂ ਲੈਂਗੁਏਜ ਵਿੱਚ ਯੂਜ਼ ਕਰਦੇ ਹੋ। And ma'am, what is the meaning of stagnation? Stagnation, STAG, STAG, stagnation ਹੁੰਦਾ ਹੈ ਜਦੋਂ ਕੋਈ ਚੀਜ਼ ਖੜ ਜਾਵੇ ਨਾ, ਖੜੋਤ ਆ ਜਾਂਦੀ ਹੈ ਕਿਸੇ ਚੀਜ਼, ਸਟੈਗਨੈਂਟ ਹੋ ਗਈ ਕੋਈ ਚੀਜ਼। ਜਿਵੇਂ ਅਸੀਂ ਕਹਿੰਦੇ ਆ ਸਾਡੀ ਇਕਨੋਮੀ ਜਿਹੜੀ ਹੈ ਸਟੈਗਨੈਂਟ ਹੋ ਗਈ, ਖੜ ਗਈ ਕੋਈ ਚੀਜ਼ ਕਿਸੇ ਜਗ੍ਹਾ ਤੇ ਖੜ ਗਈ ਨਾ। ਜਿਵੇਂ ਅਸੀਂ ਕਹਿੰਦੇ ਆ ਸਟੈਗਨੈਂਟ ਵਾਟਰ, ਖੜਾ ਪਾਣੀ ਕਹਿੰਦੇ ਆ ਨਾ, ਖੜਾ ਪਾਣੀ ਉਹਨੂੰ ਸਟੈਗਨੈਂਟ ਵਾਟਰ ਕਹਿੰਦੇ ਆ। And ma'am, DECCAN. DECCAN, ਡੈਕਨ। Yes ma'am। ਬੱਚੇ ਡੈਕਨ ਨਾ ਦੱਖਣ ਨੂੰ ਕਿਹਾ ਜਾਂਦਾ, ਅਸੀਂ ਕਹਿੰਦੇ ਡੈਕਨ ਪਲੇਟਿਊ। ਇਹ ਡੈਕਨ ਪਲੇਟਿਊ ਹੈ ਵਰਡ? No ma'am, ਇੱਥੇ ਲਿਖਿਆ ਹੋਇਆ Aurangzeb's Rajput Deccan and religious polities। ਡੈਕਨ ਮਤਲਬ ਜਿਹੜੇ ਕਿ ਸਦਰਨ ਪਾਰਟ, ਦੱਖਣ ਵਾਲਾ ਹਿੱਸਾ ਹੈ ਨਾ ਇੰਡੀਆ ਦਾ, ਉਹਨੂੰ ਡੈਕਨ ਕਹਿੰਦੇ ਆ। Okay ma'am। ਹਾਂ ਪਲੇਟਿਊ, ਡੈਕਨ ਪਲੇਟਿਊ ਕਿਹਾ ਜਾਂਦਾ। ਪਲੇਟਿਊ ਹੁੰਦੇ ਆ ਪਠਾਰ, ਸੋ ਡੈਕਨ ਪਲੇਟਿਊ ਮਤਲਬ ਦੱਖਣੀ ਪਠਾਰ। ਸੋ ਡੈਕਨ ਮੀਨਸ related to southern part of India। Okay ma'am। ਸਾਊਥ ਹੈ ਨਾ ਜਿਹੜਾ ਸਾਊਥ southern part ਹੈ, Yes ma'am। ਉਹਨੂੰ ਡੈਕਨ ਕਿਹਾ ਜਾਂਦਾ ਹੈ। Yes ma'am। ਠੀਕ ਹੈ। Thank you ma'am। ਓਕੇ ਜੀ। ਹਾਂਜੀ ਨੈਕਸਟ। ਹਾਂਜੀ ਨੈਕਸਟ ਲੈ ਲਓ ਬੇਟੇ। ਹਾਂ ਬੋਲੋ। what is the meaning of I hate people but I love gatherings? ਗੈਦਰਿੰਗਸ ਹੁੰਦਾ ਇਕੱਠ। ਮੈਂ ਕਿਹਾ ਮੈਨੂੰ ਲੋਕਾਂ ਤੋਂ ਨਫ਼ਰਤ ਹੈ ਪਰ ਮੈਨੂੰ ਇਕੱਠ ਬੜਾ ਵਧੀਆ ਲੱਗਦਾ ਹੈ। ਸੋ ਇਕੱਠ ਵਿੱਚ ਵੀ ਤਾਂ ਲੋਕ ਹੀ ਹੁੰਦੇ ਆ, ਐਨੀਮਲਸ ਤਾਂ ਨਹੀਂ ਹੁੰਦੇ, ਹੈ ਨਾ। ਗੈਦਰਿੰਗਸ ਜਿਵੇਂ ਆਪਾਂ ਕਹਿੰਦੇ ਨਾ ਗੁਰਦੁਆਰੇ ਬੜੀ ਗੈਦਰਿੰਗ ਸੀ, ਲੋਕਾਂ ਦਾ ਇਕੱਠ ਨੂੰ ਗੈਦਰਿੰਗ ਕਿਹਾ ਜਾਂਦਾ ਹੈ। ਤਾਂ ਮੈਂ ਕੀ ਕਿਹਾ I hate people but I love gatherings। ਮੈਨੂੰ ਲੋਕੀ ਬੜੇ ਭੈੜੇ ਲੱਗਦੇ ਆ
ਪਰ ਮੈਨੂੰ ਇਹ ਕੱਟ ਬੜਾ ਵਧੀਆ ਲੱਗਦਾ ਹੈ। Okay, ma'am. ਹਾਂ And ma'am, modern dancing is so old fashioned. ਮਾਡਰਨ ਡਾਂਸਿੰਗ, ਮਾਡਰਨ ਮਤਲਬ ਅੱਜ ਦਾ, ਜਿਹੜਾ ਅੱਜ ਦਾ ਡਾਂਸ ਹੈ ਨਾ ਉਹ ਬੜਾ 올ਡ ਫੈਸ਼ਨ ਹੈ। ਅਗਰ ਉਹ 올ਡ ਫੈਸ਼ਨ ਹੈ ਫਿਰ ਉਹ ਅੱਜ ਦਾ ਡਾਂਸ ਕਿਵੇਂ ਹੋ ਗਿਆ? Okay, ma'am. ਅਗਰ ਉਹ ਪੁਰਾਣੇ ਰਿਵਾਜ ਦਾ ਹੈ ਫਿਰ ਉਹ ਮਾਡਰਨ ਕਿੱਦਾਂ ਹੋ ਗਿਆ? ਬਟ ਅਸੀਂ ਯੂਜ਼ ਕਰਦੇ ਹਾਂ ਕਿ 올ਡ ਫੈਸ਼ਨ, ਅਸੀਂ ਕਹਿੰਦੇ ਦਿਸ ਇਜ਼ ਸੋ 올ਡ ਫੈਸ਼ਨ, ਇਹ ਤਾਂ ਬੜਾ ਪੁਰਾਣਾ ਜਿਹਾ ਹੀ ਹੈ। Okay, ma'am. ਠੀਕ ਹੈ, ਠੀਕ ਹੈ। And ma'am, phrase ਦਾ meaning ਕੀ ਹੁੰਦਾ ma'am? ਫਰੇਜ਼, ਹਾਂਜੀ। PRAISE, ਫਰੇਜ਼। Yes ma'am. ਬੱਚੇ ਪ੍ਰੇਜ਼ ਹੁੰਦਾ ਹੈ ਤਾਰੀਫ ਕਰਨਾ। No ma'am, phrase PHARA। ਹਾਂ ਫਰੇਜ਼ ਹੁੰਦਾ ਹੈ, ਜਿਵੇਂ ਕਿ ਮੈਂ ਕਿਹਾ, ਜਿਵੇਂ ਤੁਸੀਂ ਮੈਨੂੰ ਕਿਹਾ ਆਰ ਯੂ ਕਮਿੰਗ, ਵੇਅਰ ਆਰ ਯੂ ਗੋਇੰਗ, ਤੁਸੀਂ ਕਿਹਾ ਟੂ ਦ ਮਾਰਕੀਟ। ਮੈਂ ਤੁਹਾਨੂੰ ਪੁੱਛਿਆ ਵੇਅਰ ਆਰ ਯੂ ਗੋਇੰਗ, ਤੁਸੀਂ ਕਿਹਾ ਟੂ ਦ ਮਾਰਕੀਟ। ਸੋ ਟੂ ਦ ਮਾਰਕੀਟ ਕੀ ਇੱਕ ਫਰੇਜ਼ ਹੈ। ਫਰੇਜ਼ ਮੀਨਸ ਗਰੁੱਪ ਆਫ ਵਰਡਸ ਜਿਹਦਾ ਥੋੜਾ ਬਹੁਤ ਮੀਨਿੰਗ ਨਿਕਲਦਾ ਹੈ, ਕੁਝ ਸੈਂਸ ਹੁੰਦੀ ਹੈ। ਉਹ ਕੰਪਲੀਟ ਸੈਂਟੈਂਸ ਨਹੀਂ ਹੁੰਦਾ, ਬਟ ਇਟ ਮੇਕਸ ਅ ਸੈਂਸ, ਬਟ ਲਾਈਕ ਨਾਟ ਫੁੱਲ ਸੈਂਸ, ਕੁਝ ਸੈਂਸ ਹੁੰਦੀ ਹੈ। ਕਿੱਥੇ ਜਾ ਰਹੇ ਹੋ? ਮਾਰਕੀਟ। ਹੁਣ ਜੇ ਤੁਸੀਂ ਕੱਲਾ ਲਿਖੋ ਟੂ ਦ ਮਾਰਕੀਟ, ਇਹ ਪੂਰਾ ਸੈਂਟੈਂਸ ਨਹੀਂ ਬਣਿਆ ਨਾ। ਹਾਂਜੀ ਮੈਮ। ਹੈ ਨਾ? ਸੋ ਫਰੇਜ਼ ਹੁੰਦੇ, ਜਿਵੇਂ ਮੈਂ ਕਿਹਾ ਮਾਡਰਨ ਡਾਂਸਿੰਗ ਇਜ਼ ਸੋ 올ਡ ਫੈਸ਼ਨ। ਸੋ ਮਾਡਰਨ ਡਾਂਸਿੰਗ ਕੀ ਹੈ? ਫਰੇਜ਼ ਹੈ, ਗਰੁੱਪ ਆਫ ਵਰਡਸ ਹੈ ਜਿਹਦਾ ਕੁਝ ਸੈਂਸ ਨਿਕਲਦਾ ਹੈ। ਓਕੇ ਮੈਮ। ਹਾਂ ਹਾਂਜੀ ਓਕੇ ਮੈਮ, ਥੈਂਕ ਯੂ ਮੈਮ। ਓਕੇ ਜੀ। ਹਾਂਜੀ ਨੈਕਸਟ ਸ਼ਰਨਦੀਪ ਕੌਰ। Good morning, ma'am. ਮਾਰਨਿੰਗ ਬੱਚੇ। Ma'am, could you please show me the first slide? ਯੈਸ ਆਫ ਕੋਰਸ। ਵਰਬਸ ਦੀ। Thank you. Yes, ma'am. ਓਕੇ ਹਾਂਜੀ ਹਾਂਜੀ ਨੈਕਸਟ ਕਿਹਨਾਂ ਦਾ ਹੈਂਡ ਰੇਜ਼ ਹੈ? Ma'am, what is the meaning of permit? ਪਰਮਿਟ ਹੁੰਦਾ ਬੱਚੇ ਕਿਸੇ ਨੂੰ ਕੋਈ ਕੰਮ ਕਰਨ ਦੀ ਮਨਜ਼ੂਰੀ ਦੇਣਾ। Okay, ma'am. ਹਾਂ ਕਿ ਕਰ ਲੋ, ਹਾਂ ਹੁਣ ਤੁਸੀਂ ਇਹ ਕੰਮ ਕਰ ਸਕਦੇ ਹੋ, ਅਲਾਉ ਕਰ And ma'am, ਦੇਣਾ। preach. ਪ੍ਰੀਚ ਹੁੰਦਾ ਹੈ ਉਪਦੇਸ਼ ਦੇਣਾ ਕਿਸੇ ਨੂੰ, ਕੋਈ ਟੀਚਿੰਗ, ਉਪਦੇਸ਼ ਦੇਣਾ। ਉਪਦੇਸ਼ ਦੇਣਾ, ਹੈ ਨਾ? Hanji. Okay, ma'am. Thank you. ਹਾਂਜੀ ਨੈਕਸਟ। ਹਾਂਜੀ ਨੈਕਸਟ ਖੁਸ਼ਪ੍ਰੀਤ ਕੌਰ, ਕੁਝ ਪੁੱਛਣਾ ਚਾਹੁੰਦੇ ਹੋ? ਯੈਸ ਮੈਮ। ਮੈਮ ਹਾਂਜੀ। ਗ੍ਰੇਵ ਦਾ ਮੀਨਿੰਗ ਕਵਰ ਹੁੰਦਾ ਨਾ? ਗ੍ਰੇਵ, GRAVE, ਗ੍ਰੇਵ। ਯੈਸ ਮੈਮ। ਹਾਂਜੀ ਬੱਚੇ ਗ੍ਰੇਵ ਕਬਰ ਹੁੰਦਾ ਹੈ। ਐਂਡ ਮੈਮ ਸੌਰੀ ਮੈਮ, ਹਾਂਜੀ। ਜਿਹੜਾ ਸ਼ਮਸ਼ਾਨ ਘਾਟ ਹੁੰਦਾ ਉਹਨੂੰ ਆਪਾਂ ਇੰਗਲਿਸ਼ ਚ ਕੀ ਕਹਿੰਦੇ ਆ? ਕਿਹਨੂੰ ਬੱਚੇ? ਸ਼ਮਸ਼ਾਨ ਘਾਟ। ਉਹਨੂੰ ਗ੍ਰੇਵਯਾਰਡ ਕਹਿੰਦੇ ਆ। ਗ੍ਰੇਵਯਾਰਡ। ਗ੍ਰੇਵਯਾਰਡ ਜਿੱਥੇ ਉਹ ਸਾਰਾ ਮਤਲਬ ਉਹਨੂੰ ਗ੍ਰੇਵਯਾਰਡ ਬੋਲਦੇ ਆ ਨਾ। ਓਕੇ ਮੈਮ। ਹਾਂ ਯਾਰਡ ਹੋ ਗਿਆ ਨਾ ਪੂਰਾ, ਹੈ ਨਾ? ਉਹਨੂੰ ਸਿਮੈਟਰੀ ਵੀ ਕਹਿੰਦੇ ਆ, CEMETERY, ਸਿਮੈਟਰੀ। ਸਿਮੈਟਰੀ। CEMETERY, ਗ੍ਰੇਵਯਾਰਡ। ਠੀਕ ਹੈ। ਯੈਸ ਮੈਮ। ਓਕੇ ਹਾਂਜੀ ਸੁਖਵੀਰ ਕੌਰ। Good morning, ma'am. ਗੁੱਡ ਮਾਰਨਿੰਗ। Ma'am, please repeat the hyperbole. ਹਾਈਪਰਬਲੀ। ਓਕੇ Yes, ma'am. ਉਹ ਹੁੰਦਾ ਹੈ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨੂੰ ਨਾ ਤੁਸੀਂ ਕੀ ਕਰ ਸਕਦੇ ਹੋ ਯਾਦ ਰੱਖਣ ਲਈ। ਹਾਈਪਰ ਹੁੰਦਾ ਬਹੁਤ ਜ਼ਿਆਦਾ, ਹੈ ਨਾ? ਅਸੀਂ ਕਹਿੰਦੇ ਇਹ ਬੱਚਾ ਹਾਈਪਰ ਐਕਟਿਵ ਹੈ, ਬਹੁਤ ਜ਼ਿਆਦਾ। Yes, ma'am. ਬਲੀ ਨੂੰ ਤੁਸੀਂ BOL ਬੋਲ ਤੋਂ ਯਾਦ ਰੱਖ ਸਕਦੇ ਹੋ ਵੀ ਜਦੋਂ ਤੁਹਾਡੇ ਬੋਲ ਨੇ ਉਹ ਓਵਰ ਹੋ ਜਾਣ। ਕਿਸ ਤਰ੍ਹਾਂ? ਮੈਂ ਤੈਨੂੰ ਲੱਖਾਂ ਵਾਰ ਕਿਹਾ ਹੈ, ਹਾਈਪਰ ਬੋਲ ਰਹੇ ਹੋ ਤੁਸੀਂ, ਓਵਰ ਸਟੇਟਮੈਂਟ ਦੇ ਰਹੇ ਹੋ, Yes, ma'am. ਜ਼ਿਆਦਾ ਕਿਸੇ ਚੀਜ਼ ਤੇ ਜ਼ੋਰ ਦੇ ਰਹੇ ਹੋ, ਐਮਫੈਸਿਸ ਦੇ ਰਹੇ ਹੋ। ਜਿਵੇਂ ਅਗਰ ਇਹ ਨਦੀ, ਜੇ ਅਗਰ ਕੋਈ ਨਦੀ ਸੁੱਕ ਜਾਵੇ ਤੇ ਮੈਂ ਆਪਣੇ ਹੰਝੂਆਂ ਨਾਲ ਉਹਨੂੰ ਭਰ ਦਵਾਂ, ਤੁਹਾਡੀ ਸਟੇਟਮੈਂਟ ਓਵਰ ਹੈ ਨਾ, Yes, ma'am. ਹਾਈਪਰ ਹੈ। ਠੀਕ ਹੈ ਨਾ? ਦੇਖੋ ਮੇਰੇ ਹੱਥਾਂ ਤੇ ਇੰਨਾ ਖੂਨ ਲੱਗਿਆ ਹੋਇਆ ਹੈ ਕਿ ਅਗਰ ਪੂਰੇ ਅਰੇਬੀਆ ਦੇ ਪਰਫਿਊਮਸ ਵੀ ਮੈਂ ਯੂਜ਼ ਕਰ ਲਵਾਂ ਤਾਂ ਵੀ ਮੇਰੇ ਹੱਥਾਂ ਦੀ ਉਹ ਬੋ ਜਾਏਗੀ ਨਹੀਂ, ਉਹ ਖੁਸ਼ਬੂਦਾਰ ਨਹੀਂ ਹੋਣਾ। ਤੁਸੀਂ ਆਪਣੀ ਸਟੇਟਮੈਂਟ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਕਰਤਾ, ਬਹੁਤ ਐਮਫੈਸਿਸ ਦੇਤਾ, ਓਵਰ ਸਟੇਟਮੈਂਟ ਦੇਤੀ। ਜਿਵੇਂ ਮੈਂ ਤੈਨੂੰ ਲੱਖਾਂ ਵਾਰ ਕਿਹਾ ਕੰਮ ਨਾ ਕਰ, ਆਪਾਂ ਲੱਖਾਂ ਵਾਰ ਨਹੀਂ ਕਹਿੰਦੇ ਨਾ ਕਿਸੇ ਨੂੰ, ਨਹੀਂ ਮੈਮ। ਬਹੁਤ ਜ਼ਿਆਦਾ ਅਸੀਂ 10 ਵਾਰ ਕਵਾਂਗੇ ਬਸ। ਅਸੀਂ ਫਿਰ ਕੀ ਕਰਨਾ, ਮੈਂ ਤੈਨੂੰ 3600 ਵਾਰ ਕਿਹਾ ਕੰਮ ਕਰ ਲੈ, 3600 ਵਾਰ, ਤੂੰ ਨਹੀਂ ਸੁਣਦੀ। ਸੋ ਦੈਟ ਇਜ਼ ਹਾਈਪਰਬੋਲ। Okay, ਮਤਲਬ ma'am. ਤੁਹਾਨੂੰ ਐਗਜ਼ਾਮ ਦੇ ਵਿੱਚ ਅਗਰ ਇਹ ਆਇਆ ਨਾ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਆਏਗਾ,
I have told you to clean your room a million times. Which figure of speech is used in this sentence? ਤਾਂ ਤੁਸੀਂ ਕੀ ਲਿਖੋਗੇ? Hyper. Okay, ma'am. Thank you, ma'am. Okay. ਇਹ ਕਹਿ ਰਹੇ हैं, please explain second example of hyperbole. Okay. Here is the smell of blood still. ਇਹ ਕਿਸੇ ਸਟੋਰੀ ਦੇ ਵਿੱਚੋਂ ਲਿਆ ਹੋਇਆ ਮੈਂ ਕਿ ਮੇਰੇ ਹੱਥਾਂ ਤੇ ਹਜੇ ਵੀ ਖੂਨ ਦੀ ਸਮੈਲ ਹੈ, ਖੂਨ ਦੀ ਬੋ ਹੈ। ਜੇਕਰ ਮੈਂ ਅਰੇਬੀਆ ਕੀ ਕੰਟਰੀ, ਅਰੇਬੀਆ ਦੇ ਸਾਰੇ ਪਰਫਿਊਮਸ ਵੀ ਯੂਜ਼ ਕਰ ਲਾਂ ਨਾ, ਠੀਕ ਹੈ, ਸਾਰੇ ਪਰਫਿਊਮ ਵੀ ਯੂਜ਼ ਕਰ ਲਵਾਂ, ਤਾਂ ਵੀ ਉਹ ਮੇਰੇ ਹੱਥਾਂ ਨੂੰ ਸਵੀਟਨ ਨਹੀਂ ਕਰ ਸਕਦੇ, ਖੁਸ਼ਬੂਦਾਰ ਨਹੀਂ ਬਣਾ ਸਕਦੇ। ਇਹਦਾ ਇਹ ਮਤਲਬ ਹੈ। ਓਕੇ, ਸਮਝ ਆ ਗਿਆ ਚਰਨਪ੍ਰੀਤ ਕੌਰ? हाँ जी, ठीक है जी। चलो बस अपन नेक्स्ट करते हैं। ऑक्सीमोरॉन हो गया। सो लास्ट टॉपिक इज एक्टिव एंड पैसिव वॉइस। आज ਅਸੀਂ ਪਾਸਟ ਕਰਾਂਗੇ, ਪਾਸਟ ਇੰਡੈਫਿਨਿਟ। ਵੈਰੀ ਈਜ਼ੀ, ਜਿਨ੍ਹਾਂ ਨੂੰ ਪਾਸਟ ਪ੍ਰੈਜ਼ੈਂਟ ਇੰਡੈਫ। ਹਾਂਜੀ ਬੇਟੇ, ਹਾਂਜੀ ਬੇਟੇ। ਮੈਮ ਆਕਸੀਮੋਰੋਨ ਦੀ ਇੱਕ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕਿਸੇ ਨੂੰ ਵੀ ਮਤਲਬ ਕਿ ਮੰਨਣਾ ਨਹੀਂ ਚਾਹੀਦਾ, ਲੇਕਿਨ ਇਹ ਜ਼ਿੰਦਗੀ ਦਾ ਅਸੂਲ ਹੈ, ਜਿਸ ਤਰ੍ਹਾਂ ਲਾਈਨ ਬਣਦੀ ਹੋਵੇ ਤੇ। ਹਾਂ ਹਾਂ, ਕਹਿ ਸਕਦੇ ਹੋ, ਬਿਲਕੁਲ ਹੈ ਤਾਂ ਬਣ ਅਸੂਲ, ਸਕਦੀ। ਪਰ ਮੰਨਣਾ ਨਹੀਂ ਚਾਹੀਦਾ। ਹਾਂ, ਕਹਿ ਸਕਦੇ ਹੋ, ਹੈ ਨਾ? ਓਕੇ ਮੈਮ। it is that rule of life which is never to be followed. ਓਕੇ, ਮਤਲਬ ਇਹੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ, ਲੇਕਿਨ ਕਿਸੇ ਨੂੰ ਮੰਨਣਾ ਚਾਹੀਦਾ। ਓਕੇ, ਹਾਂ, ਯੈਸ ਯੈਸ ਯੈਸ। ਮਤਲਬ ਹੁਣ ਰੂਲ ਜਾਂ ਪ੍ਰਿੰਸੀਪਲਸ ਕੀ ਹੁੰਦੇ ਆ, ਜੋ ਮੰਨਣ ਲਈ ਹੁੰਦੇ ਆ, ਪਰ ਆਪਾਂ ਕਹਿੰਦੇ ਤਾਂ ਮੰਨਣੇ ਹੀ ਨਹੀਂ ਚਾਹੀਦੇ। ਹਾਂਜੀ, ਹੈ ਨਾ? ਇਹ ਕਹਿ ਸਕਦੇ, ਬਿਲਕੁਲ ਵਧੀਆ। ਠੀਕ ਹੈ, ਓਕੇ, ਥੈਂਕ ਯੂ। ਓਕੇ, ਹਾਂਜੀ, ਐਕਟਿਵ ਐਂਡ ਪੈਸਿਵ ਵੌਇਸ। So I was telling you, if you have done present indefinite tense thoroughly, so you will find no issues in this. You will find it very easy. You will find it no difficult. ਤੁਸੀਂ ਇਹਨੂੰ ਬਿਲਕੁਲ ਤੁਹਾਨੂੰ difficult ਨਹੀਂ ਲੱਗੇਗਾ, very easy. Past indefinite tense. So ਮੈਂ ਬੱਚਿਆਂ ਨੂੰ ਦੁਬਾਰਾ ਦੱਸ ਦਿੰਦੀ ਹਾਂ, past indefinite tense ਕੀ ਹੁੰਦਾ ਹੈ। ਅਗਰ ਅਸੀਂ ਸਬਜੈਕਟ ਦੇ ਨਾਲ ਇਮੀਡੀਏਟਲੀ ਆਫਟਰ ਦਾ ਸਬਜੈਕਟ ਸੈਕੰਡ ਫਾਰਮ ਆਫ ਵਰਬ ਲਗਾ ਦਿੰਦੇ ਹਾਂ, ਉਹ ਪਾਸਟ ਇੰਡੈਫਿਨਿਟ ਟੈਂਸ ਹੈ। ਕਿੱਦਾਂ ਯੂਜ਼ ਹੁੰਦਾ ਹੈ? ਮੈਂ ਇਹ ਕੰਮ ਕੀਤਾ, ਆਈ ਡਿਡ ਦਿਸ ਵਰਕ। ਡੂ ਮਤਲਬ ਕਰਨਾ, ਡਿਡ। ਉਹ ਸਕੂਲ ਗਈ, ਸ਼ੀ ਵੈਂਟ ਟੂ ਸਕੂਲ। ਠੀਕ ਹੈ, ਸੋ ਇਹ ਪਾਸਟ ਇੰਡੈਫਿਨਿਟ। ਉਸਨੇ ਟਰੀ ਕੱਟ ਦਿੱਤਾ, ਹੀ ਕੱਟ ਦ ਟਰੀ। तो एक ही है पास्ट इंडेफिनिट, मतलब ਤੁਸੀਂ ਕੀ ਕੀਤਾ, ਸਬਜੈਕਟ ਦੇ ਨਾਲ ਇਮੀਡੀਏਟਲੀ ਸੈਕੰਡ ਫਾਰਮ ਲਗਾ ਦਿੱਤੀ। ਤੇ ਪ੍ਰੈਜ਼ੈਂਟ ਇੰਡੈਫਿਨਿਟ ਚ ਅਸੀਂ ਕੀ ਕਰਦੇ ਸੀ, ਫਰਸਟ ਫਾਰਮ। he does his work, he did his work, he does his work, he did his work। ਸੋ ਪਾਸਟ ਇੰਡੈਫਿਨਿਟ ਦੇ ਵਿੱਚ ਕੀ ਲੱਗੇਗੀ, ਸੈਕੰਡ ਫਾਰਮ ਆਫ ਵਰਬ। ਠੀਕ ਹੈ, ਫਰਸਟ ਇਜ਼ he did his work, ਉਸਨੇ ਆਪਣਾ ਕੰਮ ਕੀਤਾ, which is subject he, which is object his work, and verb is did। so ਜਦੋਂ ਅਸੀਂ ਇਹਨੂੰ ਚੇਂਜ ਕਰਨਾ ਹੈ ਤਾਂ ਅਸੀਂ ਕੀ ਕਵਾਂਗੇ, ਪਹਿਲੇ object ਲਗਾਵਾਂਗੇ, ਫਿਰ was ਜਾਂ were ਲਗਾਵਾਂਗੇ। ਉਹਦੇ ਵਿੱਚ ਅਸੀਂ ਕੀ ਲਗਾਉਂਦੇ ਸੀ, is am are ਲਗਾਉਂਦੇ ਸੀ present ਦੇ ਵਿੱਚ। ਠੀਕ ਹੈ ਨਾ, present ਦੇ ਵਿੱਚ ਅਸੀਂ ਕੀ ਲਗਾਉਂਦੇ ਸੀ, is am are। ਇਹਦੇ ਵਿੱਚ ਅਸੀਂ ਕੀ ਲਗਾਵਾਂਗੇ, was were। if it is singular ਤਾਂ was, if it is plural then were। so his work was done by him। ठीक है, थर्ड फॉर्म लगेगी। ਇਹ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ, ਪੈਸਿਵ ਵੌਇਸ ਦੇ ਵਿੱਚ ਹਮੇਸ਼ਾ ਥਰਡ ਫਾਰਮ ਹੋਏਗੀ। ਅੱਛਾ ਬੱਚੇ, ਤੁਸੀਂ ਆਪਾਂ ਉਸ ਦਿਨ ਗੱਲ ਕਰ ਰਹੇ ਸੀ ਨਾ, present indefinite we have done, present continuous we have done, and present perfect we have done। ਜਿਵੇਂ ਉਸ ਦਿਨ ਜੈਮਨਦੀਪ ਸਿੰਘ ਨੇ ਕਿਹਾ ਸੀਗਾ ਕਿ present perfect continuous ਹੈ, ਉਹ ਅਸੀਂ ਬਣਾ ਸਕਦੇ ਹਾਂ, ਬਟ ਅਸੀਂ ਯੂਜ਼ ਨਹੀਂ ਕਰਦੇ, ਨਾ ਤੁਹਾਨੂੰ ਐਗਜ਼ਾਮ ਦੇ ਵਿੱਚ ਆਏਗਾ। ਠੀਕ ਹੈ, ਸੋ ਅਸੀਂ ਤਿੰਨ ਹੀ ਕਰਦੇ ਹਾਂ, present indefinite and continuous and perfect। so that is why I have taken past indefinite tense today। okay, second, she invited me, उसने मैनू invite किया, she invited me। subject is she, object is me। so me की बन जाएगा, हुन ਉਹਨੂੰ ਅਸੀਂ ਅੱਗੇ ਲੈ ਆਵਾਂਗੇ I। so I ਦੇ ਨਾਲ word ਤਾਂ ਲੱਗੇਗਾ ਨਹੀਂ। I was invited by, she की बन जाएगा her।
ਉਹਦੇ ਦੁਆਰਾ ਮੈਨੂੰ ਇਨਵਾਈਟ ਕੀਤਾ ਗਿਆ। I was invited by her. Okay. Next is the peon opened the school gate. ਚਪੜਾਸੀ ਨੇ ਸਕੂਲ ਗੇਟ ਨੂੰ ਓਪਨ ਕੀਤਾ। The school gate, which is subject, the peon, object, school gate. The school gate was, since it is singular, school gate is singular, so we are using was. The school gate was, again third form, opened by the peon. Okay, any doubts? बच्चों समझ आ रहा है ਤੁਹਾਨੂੰ? कोई doubt है किसी ਨੂੰ? बेटे डाउट ਹੁੰਦਾ ਨਾਲ ਦੀ ਨਾਲ ਪੁੱਛ ਲਿਆ ਕਰੋ ਪਲੀਜ਼। ਜੇ ਕਿਸੇ ਨੂੰ ਡਾਊਟ ਹੈ ਪਲੀਜ਼ हैंड रेज कर दो या चैट बॉक्स लिख दो जे किसी ने कोई डाउट है तो। ओके ओके ग्रेट, थैंक यू। हाँ जी, नेक्स्ट इज कोलंबस डिस्कवर्ड अमेरिका। कोलंबस ने अमेरिका नु डिस्कवर किया। कोलंबस ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਮਰੀਕਾ ਦੀ ਖੋਜ ਕੀਤੀ ਕਿਨੇ? ਕੋਲੰਬਸ ਨੇ। ਇਨਵੈਂਟ ਹੁੰਦਾ ਹੈ ਉਹ ਚੀਜ਼ ਜਿਹੜੀ ਪਹਿਲੇ ਨਹੀਂ ਸੀਗੇ ਤੇ ਅਸੀਂ ਉਹਦੀ ਖੋਜ ਕਰਦੇ ਆ ਨਾ, ਜਿਹਨੂੰ ਅਸੀਂ ਕਹਿੰਦੇ ਆ ਅਵਿਸ਼ਕਾਰ ਕੀਤਾ ਹੈ ਨਾ, ਉਹ ਨਵੀਂ ਚੀਜ਼ ਬਣਾਈ। ਜਿਵੇਂ ਅਸੀਂ ਕਹਿੰਦੇ ਆ ਕੋਈ ਚੀਜ਼, ਜਿਵੇਂ ਟੈਲੀਫੋਨ ਦਾ ਅਵਿਸ਼ਕਾਰ, ਠੀਕ ਹੈ। ਡਿਸਕਵਰ ਹੁੰਦਾ ਹੈ ਨਵੀਂ ਚੀਜ਼ ਜੋ ਆਲਰੇਡੀ ਹੈਗੀ ਸੀ, ਯਾਨੀ ਅਮਰੀਕਾ ਪਹਿਲੇ ਹੈਗਾ ਸੀ ਬਟ ਕੋਲੰਬਸ ਨੇ ਉਹਨੂੰ ਡਿਸਕਵਰ ਕੀਤਾ, ਉਹਨੂੰ ਲੱਭਿਆ, ਹੈ ਨਾ। हाँ जी, मनरीत कौर दा हैंड रेज है, बोलो जी मनरीत कौर। मैम मैम जे तुसी वर्ड बोलिया COLUMBUS, मैम ओदी प्रोनाउंसिएशन की है? बच्चे दिस इज कोलंबस। कोलंबस इज अ नेम। क्रिस्टोफर कोलंबस सीगा ना जिन्हें अमेरिका दी खोज कीती सी, जिन्हें अमेरिका नु लभ्या सीगा, ठीक है। अमेरिका है ना, अमेरिका पहले जदों देखो ये चीज़ां है तो सी पूरे अर्थ पे अमेरिका ऑलरेडी सीगा, लेकिन कोलंबस ने उन्हें लभ्या सीगा, ठीक है। सो कोलंबस डिस्कवर्ड अमेरिका। सो अमेरिका हुणे दे अगे द कुछ नहीं लगे। अमेरिका की है नेम ऑफ कंट्री। बच्चे अपना माइक ऑफ करो। So America was, America is a country. America was discovered by Columbus. America was आएगा, singular है, eco country है। Was discovered third form by Columbus. शाबाश, जेडे लिख रहे हैं, very good. The servant killed a snake. Servant ने एक snake नू मारिया। The servant killed a snake. So subject the servant, object a snake. A snake was, snake being singular, snake was killed by the servant. तुसी लिखिए a snake was killed by a man. बच्चे man नहीं आएगा, देखो servant है ना, तो the servant आएगा। रंजीत कौर, are you getting me बच्चे? मेरी गल समझ आई? Okay, by mistake, ठीक है, ठीक है। A snake was killed by the servant, ठीक। Next, the farmers plowed, PLOUGHED, plowed। मैं ਤੁਹਾਨੂੰ ਅੱਗੇ ਵੀ ਦੱਸਿਆ ਸੀ ਇਹਨੂੰ ਕਹਿਣਾ plowed, PLOUGH, plow। ਅਸੀਂ ਉਸ ਦਿਨ ਵਰਡ ਕੀਤੇ ਸੀ ਨਾ COUGH cuff, TOUGH tough, ROUGH rough, but PLOUGH is plow, plow, THOUGH दो, ठीक है। सो प्लो हुंदा है खेत नू वाणा, वावना, ठीक है। सो फार्मर्स ने खेतां नू वाया। सब्जेक्ट द फार्मर्स, ऑब्जेक्ट द फील्ड्स, वर्ब इज प्लोड। द फील्ड, नो महकप्रीत, द फील्ड्स, इट इज अ प्लूरल। Word fields is a plural, so we'll use the fields were, were, ठीक है। was नहीं आएगा तो were आएगा। The fields were plowed by the farmers, ठीक है। ये ध्यान रखना है बिल्कुल। देखो थोड़े एग्जाम च मार्क्स कट हो जाने हैं, वैसे नहीं कोई फर्क पैंदा, लेकिन
एग्जाम ਦੇ ਵਿੱਚ ਆਇਆ ਤੇ ਧਿਆਨ ਰੱਖਣਾ ਜ਼ਰੂਰ ਹੈ ਸਿੰਗੂਲਰ ਹੈ ਪਲੂਰਲ ਹੈ ਸੋ ਫੀਲਡਸ ਕੀ ਹੈ ਪਲੂਰਲ ਹੈ the fields were plowed by the farmers. Next, she posted the letters. Now you be very careful. She posted the letters. The letters were. Letters being plural, we'll use were. The letters were posted by her. She will change into her. He will change into him. They will change into them. We will change into us. I will change into me. Okay, you will change into you. The letter. बच्चे रंजीत कौर letters the spelling Letter. ठीक है? The letters were posted by her. So I think ये सारे नु समझ आ गया होगा. So this was all for today. Still you have any questions you can ask me. ਜੇ ਤੁਹਾਡਾ ਕੋਈ ਕੁਐਸਚਨ ਹੈ ਪਲੀਜ਼ ਡੂ ਆਸਕ ਹਾਂਜੀ ਖੁਸ਼ਪ੍ਰੀਤ ਕੌਰ ਬੋਲੋ ਜੀ मैम YouTube ਤੇ ਕਲਾਸਿਸ ਦੇ ਲਿੰਕ ਕਦ ਤੱਕ ਆਣਗੇ ਬੱਚੇ ਮੈਂ 26 ਦਾ ਆਈ ਥਿੰਕ ਸੈਂਡ ਕਰਤੇ ਹੋਏ हैं ਹਾਂਜੀ ਮੈਮ ਅੱਗੇ ਵਾਲੇ ਕਿੰਨਾ ਟਾਈਮ ਅੱਗੇ ਲੱਗੇਗਾ ਵਾਲੇ as soon as I get them I'll immediately post them ਮੈਨੂੰ ਜਿੱਦਾਂ ਹੀ ਆਏ ਨਾ ਮੈਂ ਭੇਜ ਦਾਂਗੀ ਉਹ ਮੈਨੂੰ ਨਹੀਂ ਪਤਾ ਕਿਉਂ ਥੋੜਾ ਡਿਲੇ ਹੋ ਰਿਹਾ ਹੈ ਤੇ ਜਿੱਦਾਂ ਹੀ ਆਣਗੇ ਜਿਸ ਤਰ੍ਹਾਂ ਮੈਨੂੰ ਆਂਦੇ ਆ ਮੈਂ ਅੱਗੇ ਅੱਗੇ ਭੇਜ ਦਿੰਦੀ ਆ ਜਾਣਗੇ ਹਾਂਜੀ ਮੈਮ ਮੈਮ ਪਹਿਲਾਂ ਤਾਂ YouTube ਤੇ ਹਰ ਰੋਜ਼ ਇੱਕ ਕਲਾਸ ਆ ਜਾਂਦੀ ਸੀਗੀ ਹੁਣ ਆ ਨਹੀਂ ਬੇਟੇ ਕੋਈ ਟੈਕਨੀਕਲ ਇਸ਼ੂ ਹੋਏਗਾ ਨਾ ਤਾਂ ਕਰਕੇ ਹਾਂਜੀ ਕਲਾसेस ਵੀ ਬਹੁਤ ਸਾਰੀਆਂ ਲਗਾ ਰਹੇ ਹਨ ਸਾਡੇ ਗਗਨਵੀਰ ਜੀ ਉਹ ਬੈਕ ਟੂ ਬੈਕ ਉਹਨਾਂ ਦੀ ਬਹੁਤ ਸਾਰੀਆਂ ਕਲਾसेस ਹੁੰਦੀਆਂ ਨਾ ਤੇ ਇਸ ਕਰਕੇ ਹਾਂਜੀ ਉਹ ਨਾ ਉਹਨਾਂ ਨੂੰ ਤਾਂ ਕਰਕੇ ਹਾਂਜੀ ਥੈਂਕ ਯੂ ਮੈਮ ਹਾਂਜੀ ਓਕੇ ਜੀ ਹਾਂਜੀ ਲਖਵੀਰ ਕੌਰ Ma'am, ਹਾਂਜੀ ਬੇਟੇ ma'am, I have two words. I want to know their meaning. yes Scenario and bygone. can you spell it out scenario है Yes, ma'am. SCENARIO. scenario it's scenario ਹੁੰਦਾ ਹੈ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਜਿਵੇਂ ਅਸੀਂ ਕਹਿੰਦੇ ਆ ਪੱਖੋਂ ਕਿਸੇ ਪੱਖੋਂ ਕਿਸ ਤਰ੍ਹਾਂ ਮਤਲਬ ਜਿਵੇਂ ਕਿਸੇ ਚੀਜ਼ ਦੀ ਆਊਟਲਾਈਨ ਨੂੰ ਅਸੀਂ ਸਿਨੈਰੀਓ ਕਹਿੰਦੇ ਹਾਂ ਫॉर ਐਗਜ਼ਾਮਪਲ ਮੰਨ ਲਓ ਮੈਂ ਕੋਈ ਮੈਂ ਪਹਿਲੇ ਵੀ ਐਗਜ਼ਾਮਪਲ ਸ਼ਾਇਦ ਦਿੱਤੀ ਸੀ ਮੰਨ ਲਓ ਮੈਂ ਕੋਈ ਪੰਜਾਬ ਦੇ ਉੱਤੇ ਕਵਿਤਾ ਲਿਖੀ ਤੁਸੀਂ ਕਹਿ ਰਹੇ ਹੋ ਕਿ ਅੱਜ ਦੇ ਸਿਨੈਰੀਓ ਬਾਰੇ ਮੈਂ ਉਹਦੇ ਪੰਜਾਬ ਦੇ ਅੱਜ ਦੀ ਕੰਡੀਸ਼ਨ ਬਿਆਨ ਕੀਤੀ ਕਿ ਅੱਜ ਪੰਜਾਬ ਚ ਇਦਾਂ ਮੈਂ ਕਵਿਤਾ ਲਿਖੀ ਤੇ ਤੁਸੀਂ ਮੈਨੂੰ ਕਿਹਾ ਮੈਮ it was your poem was based on Punjab scenario today's scenario ਅੱਜ ਜੋ ਪੰਜਾਬ ਦਾ ਆਊਟਲਾਈਨ ਹੈ ਜਾਂ ਉਹਦਾ ਜੋ ਪੰਜਾਬ ਜਿਸ ਤਰ੍ਹਾਂ ਦਾ ਹੈ so that is scenario Okay. है ना Bygone. हाँ जी I don't know how to spell it. बेटे spell it out BYGIONARA. BY GIONARA. हाँ हाँ Bygonera. by तो बात स्पेस है No. No, it is combined word. combined word BY दोबारा दसो मैं लिख लवां BYG Yes, ma'am. बेटे बायगॉन तो हो सकता है बायगॉन मतलब जिवें ਅਸੀਂ ਕਿਹਾ let the bygone be bygone GONEARA. Bygonera. May I show you? yes where did you get this word from Ma'am, must words ਕਰ ਰਹੇ ਸੀਗੇ difficult words ਉਹਦੇ ਵਿੱਚ ਆਇਆ ਸੀ ਨਿਕਾਲ ਰਹੇ थे show me again BYGIONARA. Yes, ma'am. Beta, I'll try to find out its meaning, but Ma'am, now I do not know.
ਮੈਨੂੰ ਇਹਦੇ ਬਾਰੇ ਇਸ ਟਾਈਮ ਨਹੀਂ ਪਤਾ, ਬਟ ਆਈ ਟਰਾਈ ਟੂ ਫਾਈਂਡ ਆਊਟ। मैम ਓਕੇ, सेकंड स्पेलिंग वाली भी सीगी, थर्ड ते जो है BYGONERE। बेटे नहीं, ये फिर मैं तेनू फाइंड करके दसांगी, ठीक है? ओके मैम। हाँ जी लखवीर दसो बेटे। मैम मैम आई वो यू दे मींस ए प्लूरल है मैम, बट मैम आप इथे आई नु आप आवाज का तो लाया शी इनवाइटेड मी, आई वाज ਜਿਹੜਾ ਮੈਂ इनवाइटेड। ਤੈਨੂੰ ਅੱਗੇ ਵੀ ਦੱਸਿਆ ਸੀ, ਆਏ ਦੀ ਬੜੀ ਸਪੈਸ਼ਲ ਟ੍ਰੀਟਮੈਂਟ ਹੁੰਦੀ ਹੈ ਇੰਗਲਿਸ਼ ਦੇ ਵਿੱਚ। ਆਏ ਦਾ ਜਿਵੇਂ ਬੜੀ ਖਾਤਰਦਾਰੀ ਹੁੰਦੀ ਹੈ, ਆਏ ਦੀ ਮਰਜ਼ੀ, ਆਏ ਦੇ ਨਾਲ ਕੀ ਕੁਝ ਉਹਨੂੰ, ਜਦੋਂ ਆਏ ਪਾਸਟ ਵਿੱਚ ਹੁੰਦਾ ਹੈ ਤਾਂ ਫਿਰ ਇਹਨੂੰ ਅਸੀਂ ਸਿੰਗੂਲਰ ਹੀ ਸਮਝਦੇ ਹਾਂ। ਬਟ ਜਦੋਂ ਅਸੀਂ ਜਿਵੇਂ ਕਿ ਆਈ ਐਮ, ਦੇਖੋ ਆਈ ਦੇ ਨਾਲ ਐਮ ਲੱਗੇਗਾ, ਜਿਵੇਂ ਆਈ ਐਮ ਗੋਇੰਗ, ਆਈ ਵਾਸ ਗੋਇੰਗ, ਮੈਂ ਜਾ ਰਹੀ ਸੀ। ਸੋ ਆਏ ਫਿਰ ਸਿੰਗੂਲਰ ਹੁੰਦਾ ਹੈ, ਜੇ ਅਗਰ ਪਾਸਟ ਵਿੱਚ ਹੋਵੇ ਨਾ ਤਾਂ ਫਿਰ ਅਸੀਂ ਇਹਨੂੰ ਸਿੰਗੂਲਰ ਹੀ ਟ੍ਰੀਟ ਕਰਦੇ ਹਾਂ। ਆਈ ਪਲੂਰਲ ਨਹੀਂ ਹੁੰਦਾ, ਆਈ ਪਲੂਰਲ ਨਹੀਂ ਹੁੰਦਾ। ਮੈਂ ਤੁਹਾਨੂੰ ਤਾਂ ਹੀ ਅਲੱਗ ਤੋਂ ਦੱਸਦੀ ਹਾਂ ਨਾ ਕਿ ਹੀ, ਸ਼ੀ, ਇਟ ਸਿੰਗੂਲਰ, ਫਿਰ ਅਸੀਂ ਲਗਾਇਆ ਡੂ, ਡਜ਼। I, we, you, they and plural। मैं नहीं किया कि I plural ਹੁੰਦਾ है। I ਦੇ ਨਾਲ ਵੀ es नहीं लगता ਤੇ plurals ਨਾਲ ਵੀ es नहीं लगता। ओके मैम। हाँ, I plural नहीं ਹੁੰਦਾ, I है singular, but ਇਹਨੂੰ ਬੜੀ ਸਪੈਸ਼ਲੀ ਟ੍ਰੀਟ ਕੀਤਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ओके मैम, ओके मैम, थैंक यू। हाँ जी ठीक है, ओके। हाँ जी ओके मैम, थैंक यू। ठीक है जी। Any other questions? So I think we should wind up now. Questions नहीं है बच्चों दे। So we will meet tomorrow at 11 AM। वाहिगुरु जी का खालसा, वाहिगुरु जी की